जी स्टार्ट। हेलो गुड मॉर्निंग सर। मैं निम्मी ਦੇ ਪੰਜਾਬੀ ਚੈਨਲ ਤੇ ਮੈਂ ਗਵਰਨਮੈਂਟ ਆਈਟੀਏ ਫਗਵਾੜਾ ਵੱਲੋਂ ਲਖਵਿੰਦਰ ਸਿੰਘ ਜੋ ਕਿ ਫਿਟਰ ਇੰਸਟ੍ਰਕਟਰ ਹਾਂ ਸਾਰਿਆਂ ਦਾ ਸਵਾਗਤ ਕਰਦਾ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵੀਕ ਨੰਬਰ 41 ਚੱਲ ਰਿਹਾ ਹੈ। 41 ਦੇ ਵਿੱਚ ਕੁਝ ਟੌਪਿਕ ਹੈ ਜਿਹੜੇ ਮੈਂ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ। ਪਹਿਲਾ ਟੌਪਿਕ ਮੇਰਾ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਉਹ ਟੌਪਿਕ ਦਾ ਨਾਮ ਹੈ ਨੋਮਨਕਲੇਚਰ ਆਫ ਸਿੰਗਲ ਪੁਆਇੰਟ ਕਟਿੰਗ ਟੂਲ ਐਂਡ ਮਲਟੀ ਪੁਆਇੰਟ ਕਟਿੰਗ ਟੂਲ। ਸਿੰਗਲ ਪੁਆਇੰਟ ਕਟਿੰਗ ਟੂਲ ਤੇ ਮਲਟੀ ਪੁਆਇੰਟ ਕਟਿੰਗ ਟੂਲ ਦੇ ਲਈ ਮੈਂ ਕੁਝ ਆਬਜੈਕਟਿਵ ਡਿਸਾਈਡ ਕੀਤੇ ਹੈ। ਆਬਜੈਕਟਿਵ ਕੀ ਹੈ ਕਿ 1 ਘੰਟੇ ਦੇ ਦੌਰਾਨ ਮੈਂ ਕੀ ਟੌਪਿਕ ਕਵਰ ਕਰੂੰਗਾ। ਸਭ ਤੋਂ ਪਹਿਲਾਂ ਹੈ ਕਿ ਕਟਿੰਗ ਟੂਲ ਕੀ ਹੁੰਦੇ ਨੇ, ਕਟਿੰਗ ਟੂਲ ਦੀਆਂ ਟਾਈਪਸ ਕਿਹੜੀਆਂ ਨੇ, ਸਿੰਗਲ ਪੁਆਇੰਟ ਕਟਿੰਗ ਟੂਲ ਉਹਨਾਂ ਦੀ ਨੋਮਨਕਲੇਚਰ ਤੋਂ ਮਤਲਬ ਹੈ ਉਹਨਾਂ ਦੇ ਵਿੱਚ ਕਿਹੜੀਆਂ ਟਰਮਸ ਹੁੰਦੀਆਂ ਹੈ, ਕਿਹੜੇ ਐਂਗਲਸ ਹੁੰਦੇ ਆ ਅਲੱਗ-ਅਲੱਗ ਪਾਰਟਸ ਦੇ ਵਿੱਚ ਸਿੰਗਲ ਪੁਆਇੰਟ ਕਟਿੰਗ ਟੂਲ ਦੇ ਤੇ ਮਲਟੀ ਪੁਆਇੰਟ ਕਟਿੰਗ ਟੂਲ ਦੇ ਉਹ ਕਵਰ ਕਰਾਂਗੇ। ਤੇ ਕੁਝ ਬੋਨਸ ਟੌਪਿਕ ਵੀ ਕਰੂੰਗਾ ਜਿਵੇਂ ਕਿ ਮਟੀਰੀਅਲ ਕੀ ਹੁੰਦਾ ਹੈ ਕਟਿੰਗ ਟੂਲ ਦਾ। ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਲੇਥ ਤੇ ਕਟਿੰਗ ਟੂਲ ਕੀ ਹੁੰਦੇ। ਲੇਥ ਤੇ ਕਟਿੰਗ ਟੂਲ ਦੱਸਣ ਤੋਂ ਪਹਿਲਾਂ ਮੈਂ ਕਟਿੰਗ ਟੂਲ ਦੀ ਪਰਿਭਾਸ਼ਾ ਦੇਣਾ ਚਾਹੂੰਗਾ। ਕਟਿੰਗ ਟੂਲ ਦੀ ਪਰਿਭਾਸ਼ਾ ਇਹ ਹੈ ਕਿ ਕਟਿੰਗ ਟੂਲ ਕੀ ਹੈ। ਕਟਿੰਗ ਟੂਲ ਇੱਕ ਔਜ਼ਾਰ ਹੈ ਜਿਹੜਾ ਕਿ ਕਿਸੇ ਵੀ ਮੈਟਲ ਤੋਂ ਮਟੀਰੀਅਲ ਰਿਮੂਵ ਬਾय shear deformation according to number of cutting edges। ਕਿੰਨੇ ਕਟਿੰਗ ਐਜਿਸ ਹੁੰਦੇ ਕਟਿੰਗ ਟੂਲ ਦੇ ਵਿੱਚ, ਇਹਨੂੰ ਦੋ ਹਿੱਸਿਆਂ ਵਿੱਚ ਜਾਂ ਦੋ ਕਲਾਸਿਸ ਦੇ ਵਿੱਚ ਜਾਂ ਦੋ ਗਰੁੱਪ ਦੇ ਵਿੱਚ ਵੰਡ ਸਕਦੇ ਹਾਂ। ਸਭ ਤੋਂ ਪਹਿਲੇ ਨੰਬਰ ਤੇ ਆਉਂਦੇ ਆ ਸਿੰਗਲ ਪੁਆਇੰਟ ਕਟਿੰਗ ਟੂਲ। ਲੇਥ ਮਸ਼ੀਨ ਦੇ ਵਿੱਚ ਸਭ ਤੋਂ ਜ਼ਿਆਦਾ ਇਹੀ ਯੂਜ਼ ਹੁੰਦਾ ਹੈ। ਜਿਵੇਂ ਕਿ ਨਾਮ ਤੋਂ ਕਲੀਅਰ ਹੋ ਰਿਹਾ ਹੈ ਸਿੰਗਲ ਪੁਆਇੰਟ ਕਟਿੰਗ ਟੂਲ 'ਚ ਕੀ ਹੈ ਕਿ ਇੱਕੋ ਹੀ ਕਟਿੰਗ ਪੁਆਇੰਟ ਹੋਏਗਾ, ਸਿੰਗਲ ਕਟਿੰਗ ਪੁਆਇੰਟ ਹੋਏਗਾ। ਜੇ ਕਟਿੰਗ ਪੁਆਇੰਟ ਤੁਹਾਡਾ ਰੱਬ ਹੋ ਜਾਂਦਾ ਹੈ ਉਸ ਨੂੰ ਹੀ ਦੁਬਾਰਾ ਅਸੀਂ ਰਿਪੇਅਰ ਕਰਕੇ ਜਾਂ ਉਸ ਨੂੰ ਹੀ ਦੁਬਾਰਾ ਰਿਪਲੇਸ ਕਰਕੇ ਅਸੀਂ ਯੂਜ਼ ਕਰਨਾ ਪੈਂਦਾ ਹੈ। ਸੋ ਕਟਿੰਗ ਟੂਲ ਕਿਚ ਯੂਜ਼ ਹੁੰਦਾ ਹੈ, ਲੇਥ ਮਸ਼ੀਨ 'ਚ ਯੂਜ਼ ਹੁੰਦਾ ਹੈ, ਪਲੇਨਰ ਮਸ਼ੀਨ 'ਚ ਯੂਜ਼ ਹੁੰਦਾ ਹੈ। ਦੂਸਰੇ ਤਰ੍ਹਾਂ ਦਾ ਜਿਹੜਾ ਕਟਿੰਗ ਟੂਲ ਹੈ ਉਸਨੂੰ ਬੋਲਦੇ ਹਾਂ ਆਪਾਂ ਮਲਟੀ ਪੁਆਇੰਟ ਕਟਿੰਗ ਟੂਲ। ਮਲਟੀ ਪੁਆਇੰਟ ਕਟਿੰਗ ਟੂਲ ਦਾ ਮਤਲਬ ਹੈ ਕਿ ਇਹਦੇ ਵਿੱਚ ਵਰਕਿੰਗ ਜਿਹੜਾ ਕਟਿੰਗ ਐਜ ਹੋਏਗਾ ਜਾਂ ਕਟਿੰਗ ਪੁਆਇੰਟ ਹੋਏਗਾ ਇੱਕ ਤੋਂ ਜ਼ਿਆਦਾ ਹੋਣਗੇ। ਜਿਵੇਂ ਕਿ ਟਵਿਸਟ ਡੇਲ ਦੇ ਵਿੱਚ ਦੋ ਫਲੂਟ ਹੁੰਦੇ ਆ, ਦੋ ਕਟਿੰਗ ਐਜਿਸ ਹੁੰਦੇ ਆ, ਦੋ ਕਟਿੰਗ ਪੁਆਇੰਟ ਹੁੰਦੇ ਆ। ਉਸ ਤੋਂ ਬਾਅਦ ਸਾਡੇ ਕੋਲ ਮਿਲਿੰਗ ਕਟਰ ਹੈ ਜਿਹਦੇ ਵਿੱਚ ਤਕਰੀਬਨ 6 ਤੋਂ ਲੈ ਕੇ 10 ਕਟਿੰਗ ਐਜਿਸ ਹੋ ਸਕਦੇ ਆ, ਕਟਿੰਗ ਪੁਆਇੰਟ ਹੋ ਸਕਦੇ ਆ। ਗ੍ਰਾਈਂਡਿੰਗ ਵੀਲ ਜਿਹਦੇ ਵਿੱਚ ਤਕਰੀਬਨ ਤੁਹਾਡੇ ਕੋਲ ਹਜ਼ਾਰਾਂ ਦੇ ਵਿੱਚ ਕਟਿੰਗ ਐਜਿਸ ਹੁੰਦੇ ਆ। ਸੋ ਆਪਾਂ ਬਾਰੀ ਇਹਨਾਂ ਸਾਰਿਆਂ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦੇ ਆ ਕਟਿੰਗ ਟੂਲ ਦਾ ਮਟੀਰੀਅਲ ਕੀ ਹੋਣਾ ਚਾਹੀਦਾ ਹੈ। ਕਟਿੰਗ ਟੂਲ ਦਾ ਮਟੀਰੀਅਲ ਕੀ ਹੋਣਾ ਚਾਹੀਦਾ ਹੈ। ਕਟਿੰਗ ਟੂਲ ਦਾ ਮਟੀਰੀਅਲ ਹਾਈ ਸਪੀਡ ਸਟੀਲ ਹੈ, ਹਾਈ ਕਾਰਬਨ ਸਟੀਲ ਹੈ। ਇਹ ਦੋਨੋਂ ਹੀ ਸਟੀਲ ਪੈਰਸ ਮਟੀਰੀਅਲ ਨੇ। ਉਸ ਤੋਂ ਬਾਅਦ ਸੈਰਾਮਿਕਸ ਹੈ, ਇਹ ਆਪਣੇ ਕੋਲ ਨॉन ਫੈਰਸ ਮਟੀਰੀਅਲ ਹੈ। ਉਸ ਤੋਂ ਬਾਅਦ ਡਾਇਮੰਡ ਹੈ ਜੋ ਕਿ ਸਾਡੇ ਕੋਲ ਨॉन ਮੈਟੈਲਿਕ ਮਟੀਰੀਅਲ ਹੈ। ਡਾਇਮੰਡ ਤੇ ਸੀਮੈਂਟਡ ਕਾਰਬਾਈਡ। ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਹਾਰਡ ਜਿਹੜਾ ਮਟੀਰੀਅਲ ਹੈ ਉਹ ਡਾਇਮੰਡ ਹੀ ਹੈ। ਉਸ ਤੋਂ ਬਾਅਦ ਆਪਾਂ ਟਰਮਨੋਲੋਜੀ ਤੇ ਆਉਂਦੇ ਹਾਂ, ਨੋਮਨਕਲੇਚਰ ਤੇ ਆਉਂਦੇ ਹਾਂ। ਸਿੰਗਲ ਪੁਆਇੰਟ ਕਟਿੰਗ ਟੂਲ ਦੇ ਸਿੰਗਲ ਪੁਆਇੰਟ ਕਟਿੰਗ ਟੂਲ ਦੀ ਸ਼ੇਪ ਜਿਹੜੀ ਹੁੰਦੀ ਹੈ ਇਸ ਤਰੀਕੇ ਦੀ ਹੁੰਦੀ ਹੈ ਜਿਵੇਂ ਕਿ ਤੁਹਾਡੀ ਸਕਰੀਨ ਤੇ ਤੁਹਾਨੂੰ ਸ਼ੋ ਹੋ ਰਿਹਾ ਹੈ। ਸਭ ਤੋਂ ਜਿਹੜਾ ਪਹਿਲਾ ਪਾਰਟ ਹੈ ਡਿਸਕਸ ਕਰਨ ਜਾ ਰਹੇ ਹਾਂ ਉਹ ਹੈਗਾ ਆਪਣੇ ਕੋਲ ਸ਼ੈਂਕ। ਸ਼ੈਂਕ ਆਮ ਤੌਰ ਦੇ ਉੱਪਰ ਦੋ ਕ੍ਰਾਸ ਸੈਕਸ਼ਨ 'ਚ ਅਵੇਲੇਬਲ ਹੁੰਦਾ ਹੈ, ਜਾਂ ਤਾਂ ਸਕੁਅਰ ਕ੍ਰਾਸ ਸੈਕਸ਼ਨ 'ਚ ਅਵੇਲੇਬਲ ਹੋਏਗਾ ਜਾਂ ਫਿਰ ਰੈਕਟੈਂਗੂਲਰ ਕ੍ਰਾਸ ਸੈਕਸ਼ਨ 'ਚ ਅਵੇਲੇਬਲ ਹੋਏਗਾ। ਸ਼ੈਂਕ ਸਾਡੇ ਕਟਿੰਗ ਟੂਲ ਦੀ ਬਾਡੀ ਬਣਾਉਂਦਾ ਹੈ। ਇਹ ਉਹ ਪਾਰਟ ਹੁੰਦਾ ਹੈ ਜਿਹੜਾ ਤੁਹਾਡਾ ਟੂਲ ਪੋਸਟ ਦੇ ਵਿੱਚ ਫਿਕਸ ਹੁੰਦਾ ਹੈ। ਉਸ ਤੋਂ ਬਾਅਦ ਅਗਲਾ ਜਿਹੜਾ ਪਾਰਟਸ ਹੈ ਉਸ ਨੂੰ ਆਪਾਂ ਸ਼ੈਂਕ ਦੀ ਜਿਹੜੀ ਬਾਡੀ ਹੁੰਦੀ ਹੈ ਉਹ ਆਮ ਤੌਰ ਤੇ ਮਾਈਲਡ ਸਟੀਲ ਦੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਅਗਲਾ ਪਾਰਟ ਹੈ ਉਸ ਨੂੰ ਆਪਾਂ ਬੇਸ ਕਹਿੰਦੇ ਹਾਂ। ਬੇਸ ਕੀ ਹੈ? ਬੇਸ ਤੁਹਾਡੇ ਕਟਿੰਗ ਟੂਲ ਦਾ ਬਿਲਕੁਲ ਨੀਚੇ ਵਾਲਾ ਹੌਰੀਜ਼ੌਂਟਲ ਸਰਫੇਸ ਹੁੰਦਾ ਹੈ, ਬਿਲਕੁਲ ਨੀਚੇ ਵਾਲਾ ਹੌਰੀਜ਼ੌਂਟਲ ਸਰਫੇਸ ਹੁੰਦਾ ਹੈ। ਬੇਸ ਕੀ ਮਦਦ ਕਰਦਾ ਹੈ? ਡਿਫਰੈਂਟ ਤਰ੍ਹਾਂ ਦੇ ਐਂਗਲ ਜਿਹੜੇ ਅੱਗੇ ਆਪਾਂ ਡਿਸਕਸ ਕਰਾਂਗੇ ਉਹਨਾਂ ਨੂੰ ਕਿੱਦਾਂ ਡਿਫਾਈਨ ਕਰਦੇ ਆ ਉਹ 'ਚ ਮਦਦ ਕਰਦਾ ਹੈ। ਬੇਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਫੇਸ। ਫੇਸ ਦਾ ਕੀ ਮਤਲਬ ਹੈ? ਫੇਸ ਇਹ ਵੀ ਇੱਕ ਹੌਰੀਜ਼ੌਂਟਲ ਸਰਫੇਸ ਹੈ
ਜਿਹੜਾ ਕਿ ਕਟਿੰਗ ਚਿਪਸ ਜਦੋਂ ਤੁਹਾਡੀਆਂ ਕੱਟ ਹੁੰਦੀਆਂ ਆ ਉਹਨਾਂ ਨੂੰ ਸਲਾਈਡ ਕਰਨ ਦੇ ਵਿੱਚ ਮਦਦ ਕਰਦਾ ਹੈ। ਉਸ ਤੋਂ ਬਾਅਦ ਫੇਸ ਦੇ ਆਲੇ ਦੁਆਲੇ ਦੋ ਸਾਈਡਸ ਹੈ, ਸਾਈਡ ਨੂੰ ਆਪਾਂ ਫਲੈਂਕ ਬੋਲਦੇ ਹਾਂ, ਫਲੈਂਕ ਬੋਲਦੇ ਹਾਂ ਇਹਨਾਂ ਨੂੰ। ਜੇ ਤੁਹਾਡੇ ਕੋਲ ਸ਼ੈਂਕ ਦੇ ਨਾਲ ਦੇ ਪਾਸੇ ਦਾ ਤੁਹਾਡੇ ਕੋਲ ਫਲੈਂਕ ਹੈ, ਉਸਨੂੰ ਜਿਹੜਾ ਲੰਬਾ ਫਲੈਂਕ ਹੈ ਉਸਨੂੰ ਆਪਾਂ ਮੇਜਰ ਫਲੈਂਕ ਕਹਿੰਦੇ ਹਾਂ। ਨੰਬਰ 2 ਦੇ ਉੱਪਰ ਸਾਹਮਣੇ ਵਾਲਾ ਜਿਹੜਾ ਹਿੱਸਾ ਹੈ ਜਿਹੜਾ ਕਿ ਫੇਸ ਦੇ ਬਿਲਕੁਲ ਕਟਿੰਗ ਐਜ ਦੇ ਨਾਲ ਲੱਗਾ ਹੋਇਆ ਹੈ ਉਸਨੂੰ ਆਪਾਂ ਮਾਈਨਰ ਫਲੈਂਕ ਕਹਿੰਦੇ ਹਾਂ। ਮਾਈਨਰ ਫਲੈਂਕ ਲੰਬਾਈ ਥੋੜਾ ਛੋਟਾ ਹੁੰਦਾ ਹੈ ਤੇ ਮੇਜਰ ਫਲੈਂਕ ਲੰਬਾਈ ਥੋੜਾ ਲੰਬਾ ਹੁੰਦਾ ਹੈ। ਉਸ ਤੋਂ ਬਾਅਦ ਸਿਮਿਲਰਲੀ ਜਿਹੜਾ ਮੇਜਰ ਫਲੈਂਕ ਦੇ ਨਾਲ ਕਟਿੰਗ ਐਜ ਜਿਹੜਾ ਲੱਗਿਆ ਹੋਇਆ ਹੈ ਉਸਨੂੰ ਆਪਾਂ ਸਾਈਡ ਕਟਿੰਗ ਐਜ ਬੋਲਦੇ ਹਾਂ। ਸਿਮਿਲਰਲੀ ਜਿਹੜਾ ਮਾਈਨਰ ਫਲੈਂਕ ਦੇ ਨਾਲ ਕਟਿੰਗ ਐਜ ਹੈ ਉਹਨੂੰ ਆਪਾਂ ਐਂਡ ਕਟਿੰਗ ਐਜ ਬੋਲਦੇ ਹਾਂ। ਜਿੱਥੇ ਤੁਹਾਡੇ ਮਾਈਨਰ ਫਲੈਂਕ ਤੇ ਮੇਜਰ ਫਲੈਂਕ ਕੱਟ ਹੁੰਦੇ ਆ ਉਸ ਚੀਜ਼ ਨੂੰ ਆਪਾਂ ਹੀਲ ਬੋਲਦੇ ਹਾਂ। ਹੀਲ ਬਿਲਕੁਲ ਬੇਸ ਦਾ ਬਿਲਕੁਲ ਲੋਅਰ ਪੋਰਸ਼ਨ ਹੈ, ਫੇਸ ਦਾ ਬਿਲਕੁਲ ਲੋਅਰ ਪੋਰਸ਼ਨ ਹੈ, ਜਦਕਿ ਜਿਹੜਾ ਨੋਜ਼ ਹੈ ਉਹ ਫੇਸ ਦਾ ਅਪਰ ਪੋਰਸ਼ਨ ਹੈ, ਹਾਇਰ ਪੋਰਸ਼ਨ ਹੈ। ਇਹੀ ਪੁਆਇੰਟ ਆਪਾਂ ਹੌਲੀ ਆਉਣ ਵਾਲੀ ਸਲਾਈਡ ਦੇ ਵਿੱਚ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਹੈਗਾ ਆਪਣੇ ਕੋਲ ਸ਼ੈਂਕ, ਜੋ ਕਿ ਆਪਾਂ ਪਹਿਲਾਂ ਹੀ ਐਕਸਪਲੇਨ ਕਰ ਚੁੱਕੇ ਹਾਂ। ਕਿਹੜੇ ਕਿਹੜੇ ਪਾਰਟਸ ਆਪਾਂ ਡਿਸਕਸ ਕਰਨ ਜਾ ਰਹੇ ਹਾਂ? ਸ਼ੈਂਕ ਹੈ, ਫਲੈਂਕ ਹੈ, फेस है, हील है, नोज रेडियस, कटिंग एजिस। इन्हां दी थ्योरेटिकल इंटरप्रिटेशन आपां करन जा रहे हैं कि इन्हां दा डेफिनेशन पार्ट की कहंदा है। जिवें कि आपां पहलां भी डिस्कस कर चुके हैं, शैंक टूल दा वो पार्ट हुंदा है जिहड़ा कि तुहाडा टूल पोस्ट दे विच क्लैंप कीता गया हुंदा है। शैंक टूल दी मेन बॉडी नूं रिप्रेजेंट करदा है, इसनूं टूल पोस्ट दे विच बन्निया जांदा है। उस तो बाद है अपने कोल फेस। फेस टूल दा टॉप सरफेस हुंदा है जिहड़ा कि मदद करदा है चिप्स नूं फेस दे उपर आसानी नाल स्लाइड करन दे विच। मेजॉरिटी ऑफ द केसेस दे विच हॉरिजॉन्टल सरफेस हुंदा है जो कि कटिंग एजिस दे नाल टच करदा है। उस तो बाद फ्लैंक है। फ्लैंक भी आपां दो तरह दे पढ़े, मेजर फ्लैंक ते माइनर फ्लैंक। फ्लैंक एक वर्टिकल सरफेस है, वर्टिकल सरफेस है जो कि कटिंग एज दे आले दुआले घिरिया हुंदा है। दो कटिंग एज हुंदे इहदे विच, दो कटिंग एजिस है, एक नूं आपां साइड कटिंग एज बोलदे हां, एक नूं आपां एंड कटिंग एज बोलदे हां। जिहड़ा साइड कटिंग एज है उहनूं आपां साइड फ्लैंक भी बोलदे हां, जिहड़ा एंड कटिंग एज है उसनूं आपां एंड फ्लैंक भी बोलदे हां। उस तो बाद बेस आंदा है। बेस की है? कटिंग टूल का बॉटम सरफेस है उन्होंने आप बेस कहते हैं। सो ये फ्लैंक का वो पोर्शन है जोड़ा कि टॉप सरफेस के बिल्कुल ओपोजिट होंगे है, बिल्कुल 180 डिग्री होंगे है। जे तुहाडा फेस है टॉप पोर्शन दसदा पिया है तो बेस तुहाडा दसेगा बॉटम सरफेस में, बिल्कुल एक दूजे के ओपोजिट। उस तो बाद नोज नूं कटिंग पॉइंट भी बोलते हैं, जिथे मेजर कटिंग एज ते माइनर कटिंग एज आपस दे विच इंटरसैक्ट हुंदे आ उसनूं आपां नोज कहंदे हां। नोज रेडियस कदे भी तुहाडा जिहड़ा कटिंग पॉइंट है बिल्कुल स्ट्रेट नहीं बनाया जाता, बिल्कुल शार्प एज नहीं बनाया जाता। ਉਹਦੇ ਪਿੱਛੇ रीजन ये है कि वो वर्कपीस के उपर स्क्रैच पा देगा, इसे करके उन्होंने कोई ना कोई रेडियस दिता जाता है ताकि जो भी तुहाडा कटिंग करे वो बिल्कुल स्मूथ कटिंग करे विदाउट एनी स्क्रैच करे। सो जिथे तुहाडे मेजर कटिंग एज ते माइनर कटिंग एज इंटरसैक्ट करते हैं, जिथे वो रेडियस बनता है उसनूं आपां नोज रेडियस बोलते हैं। कटिंग एज टूल का वो पोर्शन है जिहड़ा कि किसी भी जॉब तो मटीरियल नूं रिमूव करता है। ये बिल्कुल फेस से हुंदा, टूल के फेस से बनया हुंदा है। सिंगल कटिंग एज के दो एजिज हुंदे हैं, उन्हां एजिज के नाम पहले लै चुके हैं, साइड कटिंग एज ते एंड कटिंग एज। उस तो बाद हील है। हील बिल्कुल बॉटम पोर्शन है जिथे कि तुहाडे बेस ते फ्लैंक इंटरसैक्ट करते हैं। हील नूं भी आपां रेडियस की फॉर्म कर्व की फॉर्म लिखते हैं। उस तो बाद एंगल्स आते हैं। एंगल्स की है? एंगल्स डिफाइन करते हैं कि तुहाडे अलग अलग कटिंग एजिज है उन्हां दा किसी कॉमन परपेंडिकुलर दे नाल या कॉमन
ਪੈਰਲਲ ਦੇ ਨਾਲ ਕੀ ਰਿਲੇਸ਼ਨ ਹੈ। तो सब तो पहला ਅਸੀਂ ਕੀ ਟੂਲ ਨੂੰ ਡਿਸਕਸ ਕਰਦੇ ਹਾਂ। ਕਟਿੰਗ ਟੂਲ ਹੈ, ਕਟਿੰਗ ਟੂਲ ਦੇ ਸਾਨੂੰ ਸਾਈਡ ਕਟਿੰਗ ਐਜ ਐਂਗਲ ਕਲੀਅਰ ਕਰਨਾ ਹੈ। ਇਸ ਦੀ ਡੈਫੀਨੇਸ਼ਨ ਕੀ ਹੈ? ਡੈਫੀਨੇਸ਼ਨ ਇਹ ਕਹਿੰਦੀ ਹੈ, ਡੈਫੀਨੇਸ਼ਨ ਇਹਦੇ ਨਾਂ ਤੋਂ ਹੀ ਲਈ ਜਾਂਦੀ ਹੈ। ਸੋ ਇਹਦੇ ਵਿੱਚ ਪਹਿਲਾ ਜਿਹੜਾ ਪੁਆਇੰਟ ਆਏਗਾ ਉਹ ਆਏਗਾ ਸਾਈਡ ਕਟਿੰਗ ਐਜ। तो साइड कटिंग एज सब तो नीचे देखते हैं साइड कटिंग एज, फिर लाइन पैरेलल टू शैंक, इन्हां विचकार जो एंगल है उसनों आपां साइड कटिंग एज एंगल बोलते हैं। साइड कटिंग एज एंगल बिल्कुल नीचे बने हुए, एक लाइन ड्रॉ की गई है बिल्कुल पैरेलल टू द शैंक। आ तुहाडा शैंक है, शैंक दे बिल्कुल पैरेलल लाइन ड्रॉ की गई है। ਤੇ ਉਸ ਤੋਂ ਬਾਅਦ ਸਾਈਡ ਕਟਿੰਗ ਐਜ ਐਂਗਲ, ਸਾਈਡ ਕਟਿੰਗ ਐਜ, ਇਹਨਾਂ ਵਿਚਕਾਰ ਜੋ ਐਂਗਲ ਬਣਦਾ ਪਿਆ ਉਸ ਨੂੰ ਆਪਾਂ ਸਾਈਡ ਕਟਿੰਗ ਐਜ ਐਂਗਲ ਬੋਲਦੇ ਹਾਂ। ਸਾਈਡ ਕਟਿੰਗ ਐਜ ਐਂਗਲ ਐਪਲੀਕੇਸ਼ਨ ਕੀ ਹੈ, ਇੰਪੋਰਟੈਂਸ ਕੀ ਹੈ? ਸਾਈਡ ਕਟਿੰਗ ਐਜ ਐਂਗਲ ਮੇਨਟੇਨ ਕਰਨ ਲਈ ਯੂਜ਼ ਕਰਦੇ ਹਾਂ ਆਪਾਂ ਵਿਡਥ ਆਫ ਚਿਪ, ਕਿ ਆਪਾਂ ਜਿੰਨਾ ਤੁਹਾਡਾ ਸਾਈਡ ਕਟਿੰਗ ਐਜ ਐਂਗਲ ਜ਼ਿਆਦਾ ਹੋਏਗਾ ਤੁਹਾਡੀ ਵਿਡਥ ਜਿਹੜੀ ਹੋਏਗੀ ਚਿਪ ਦੀ ਉਨੀ ਜ਼ਿਆਦਾ ਹੋਏਗੀ। ਜਿੰਨਾ ਤੁਹਾਡਾ ਸਾਈਡ ਕਟਿੰਗ ਐਜ ਐਂਗਲ ਘੱਟ ਹੋਏਗਾ ਉਨੀ ਹੀ ਤੁਹਾਡੀ ਜਿਹੜੀ ਕੱਟੀ ਜਾਣ ਵਾਲੀ ਚਿਪ ਹੈ ਉਹਦੀ ਵਿਡਥ ਜਿਹੜੀ ਆ ਉਹ ਘੱਟ ਹੋਏਗੀ। ਇਹਦੀ ਇਹੀ ਐਪਲੀਕੇਸ਼ਨ ਹੈ ਕਿ ਸਾਈਡ ਕਟਿੰਗ ਐਜ ਐਂਗਲ ਕੀ ਕਰਦਾ ਹੈ? ਵਿਡਥ ਨੂੰ ਮੇਨਟੇਨ ਕਰਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਐਂਡ ਕਟਿੰਗ ਐਜ ਐਂਗਲ। ਐਂਡ ਕਟਿੰਗ ਐਜ ਐਂਗਲ ਬਿਲਕੁਲ ਆਪਾਂ ਟੌਪ ਤੇ ਦੇਖਦੇ ਹਾਂ। ਇਹਦੇ ਵਿੱਚ ਐਂਡ ਕਟਿੰਗ ਐਜ ਤੇ ਪਰਪੈਂਡੀਕੂਲਰ ਟੂ ਦਾ ਸ਼ੈਂਕ ਇੱਕ ਲਾਈਨ ਡਰਾ ਕਰ ਲੈਂਦੇ ਹਾਂ, ਪਰਪੈਂਡੀਕੂਲਰ ਟੂ ਦਾ ਸ਼ੈਂਕ ਤੇ ਐਂਡ ਕਟਿੰਗ ਐਜ ਐਂਗਲ, ਇਹਨਾਂ ਵਿਚਕਾਰ ਜੋ ਐਂਗਲ ਬਣਦਾ ਪਿਆ ਹੈ ਉਸ ਨੂੰ ਆਪਾਂ ਐਂਡ ਕਟਿੰਗ ਐਜ ਐਂਗਲ ਬੋਲਦੇ ਹਾਂ। ਐਂਡ ਐਜ ਹੁਣ ਇਹਦਾ ਐਪਲੀਕੇਸ਼ਨ ਕੀ ਹੈ, ਕਾਹਦੇ ਲਈ ਯੂਜ਼ ਕਰਦੇ ਹਾਂ? ਇਹਦੇ ਵਿੱਚ ਆਪਾਂ ਇਹ ਡਿਸਾਈਡ ਕਰਦੇ ਹਾਂ ਕਿ ਸਾਡਾ ਥੋੜਾ ਜਿਹਾ ਹਿੱਸਾ ਜਿਹੜਾ ਹੈ ਉਹ ਵੀ ਤੁਹਾਡਾ ਮਸ਼ੀਨਿੰਗ ਸਰਫੇਸ ਨਾਲ ਟੱਚ ਹੋਣਾ ਚਾਹੀਦਾ ਹੈ। ਜੇ ਮਸ਼ੀਨਿੰਗ ਸਰਫੇਸ ਨਾਲ ਥੋੜਾ ਜਿਹਾ ਹਿੱਸਾ ਟੱਚ ਹੋਏਗਾ ਵਾਈਬ੍ਰੇਸ਼ਨ ਵੀ ਘੱਟ ਆਏਗੀ, ਉਸ ਤੋਂ ਬਾਅਦ ਚੈਟਰ ਵੀ ਘੱਟ ਹੋਏਗਾ। ਸੋ ਇਸ ਚੀਜ਼ ਨੂੰ ਆਪਾਂ ਰੋਕ ਸਕਦੇ ਹਾਂ। ਸੋ ਕਿੰਨਾ ਹੋਣਾ ਚਾਹੀਦਾ ਹੈ ਐਂਡ ਕਟਿੰਗ ਐਜ ਐਂਗਲ? 5 ਡਿਗਰੀ ਤੋਂ ਲੈ ਕੇ 15 ਡਿਗਰੀ ਦੇ ਵਿਚਕਾਰ ਹੋਣਾ ਚਾਹੀਦਾ। ਸੋ ਐਂਡ ਕਟਿੰਗ ਐਜ ਐਂਗਲ ਕੀ ਕਰਦਾ ਹੈ? ਵਾਈਬ੍ਰੇਸ਼ਨ ਨੂੰ ਰਿਮੂਵ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਲਿਪ ਐਂਗਲ ਜਾਂ ਵੈਜ ਐਂਗਲ ਹੈ। ਲਿਪ ਐਂਗਲ ਜਾਂ ਵੈਜ ਐਂਗਲ ਹੈ ਜਿਹੜਾ ਤੁਹਾਡੇ ਕਟਿੰਗ ਟੂਲਸ ਆਪਾਂ ਯੂਜ਼ ਕਰਦੇ ਹਾਂ ਉਹ ਇਨ ਦਾ ਫਾਰਮ ਆਫ ਵੈਜ ਹੁੰਦਾ ਹੈ, ਵੈਜ ਹੁੰਦਾ ਹੈ। ਸੋ ਇਹਦੇ ਵਿੱਚ ਐਂਗਲ ਕਿਹੜੇ ਕਿਹੜੇ ਕਵਰ ਹੁੰਦਾ ਹੈ? ਇਹਦੇ ਵਿੱਚ ਐਂਗਲ ਕਵਰ ਹੁੰਦਾ ਹੈ ਫੇਸ ਤੇ ਐਂਡ ਫਲੈਂਕ, ਕਿਉਂਕਿ ਐਂਡ ਫਲੈਂਕ ਨੂੰ ਆਪਾਂ ਮਾਈਨਰ ਫਲੈਂਕ ਵੀ ਬੋਲਦੇ ਹਾਂ। ਸੋ ਫੇਸ ਤੇ ਐਂਡ ਫਲੈਂਕ ਦੇ ਵਿਚਕਾਰ ਜੋ ਐਂਗਲ ਬਣਦਾ ਪਿਆ ਹੈ ਉਸ ਨੂੰ ਆਪਾਂ ਵੈਜ ਐਂਗਲ ਬੋਲਦੇ ਹਾਂ। ਅਗਲੀ ਆਉਣ ਵਾਲੀ ਸਲਾਈਡ 'ਚ ਮੈਂ ਦੱਸੂਗਾ ਕਿ ਵੈਜ ਐਂਗਲ ਤੇ ਕਲੀਅਰੈਂਸ ਐਂਗਲ ਇਹਨਾਂ ਦੇ ਡਿਫਰੈਂਸ ਕੀ ਹੈ। ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਬੈਕ ਰੇਕ ਐਂਗਲ। ਬੈਕ ਰੇਕ ਐਂਗਲ ਕਟਿੰਗ ਟੂਲ ਆਪਾਂ ਉਹਦਾ ਸੈਕਸ਼ਨ ਲੈ ਲੈਂਦੇ ਹਾਂ ਕਟਿੰਗ ਟੂਲ ਦਾ। ਕਟਿੰਗ ਟੂਲ ਦੇ ਵਿੱਚ ਐਂਗਲ ਕਿਹੜੇ 'ਚ ਬਣਾਇਆ ਜਾਂਦਾ ਹੈ? ਟੂਲ ਫੇਸ ਤੇ ਇੱਕ ਲਾਈਨ ਪੈਰਲਲ ਡਰਾ ਕਰ ਲੈਂਦੇ ਹਾਂ ਅਸੀਂ ਬੇਸ ਤੇ ਬਿਲਕੁਲ ਪੈਰਲਲ ਲਾਈਨ ਡਰਾ ਕਰ ਲੈਂਦੇ ਹਾਂ। ਬਿਲਕੁਲ ਟੌਪ ਪੋਰਸ਼ਨ ਤੇ ਦੇਖੋ, ਬੇਸ ਤੇ ਬਿਲਕੁਲ ਪੈਰਲਲ ਲਾਈਨ ਡਰਾ ਕਰ ਲਈ ਹੈ। ਇਹਨਾਂ ਵਿਚਕਾਰ ਜੋ ਐਂਗਲ ਬਣੇਗਾ ਉਸ ਨੂੰ ਆਪਾਂ ਬੈਕ ਰੇਕ ਐਂਗਲ ਕਹਿੰਦੇ ਹਾਂ। ਬੈਕ ਰੇਕ ਐਂਗਲ ਕਾਹਦੇ ਲਈ ਯੂਜ਼ ਕਰਦੇ ਹਾਂ? ਬੈਕ ਰੇਕ ਐਂਗਲ ਦਾ ਮਤਲਬ ਹੈ ਕਿ ਇਹ 'ਚ ਚਿਪ ਫਾਰਮੇਸ਼ਨ ਹੋਏਗੀ, ਬਹੁਤ ਸਮੂਥ ਹੋਏਗੀ। ਇਹਦਾ ਮੇਨ ਕੰਮ ਹੈ ਕਿ ਟੂਲ ਦੀ ਜਿਹੜੀ ਲਾਈਫ ਹੈ ਉਸ ਨੂੰ ਵਧਾਉਣਾ ਹੈ। ਬੈਕ ਰੇਕ ਐਂਗਲ 3 ਪ੍ਰਕਾਰ ਦੇ ਹੁੰਦੇ ਆ, ਪੋਜ਼ਿਟਿਵ ਹੁੰਦਾ ਹੈ, ਨੈਗੇਟਿਵ ਹੁੰਦਾ ਹੈ ਤੇ ਜ਼ੀਰੋ ਹੁੰਦਾ ਹੈ। ਸੋ ਇਸ ਤਰੀਕੇ ਨਾਲ ਇਹਨਾਂ ਦੇ ਨਾਮ ਹੈਗੇ ਪੋਜ਼ਿਟਿਵ ਰੇਕ ਐਂਗਲ, ਨੈਗੇਟਿਵ ਰੇਕ ਐਂਗਲ ਤੇ ਜ਼ੀਰੋ ਰੇਕ ਐਂਗਲ। ਪੋਜ਼ਿਟਿਵ ਰੇਕ ਐਂਗਲ ਆਪਾਂ ਕਾਹਦੇ ਲਈ ਯੂਜ਼ ਕਰਦੇ ਹਾਂ? ਪੋਜ਼ਿਟਿਵ ਰੇਕ ਐਂਗਲ ਆਪਾਂ ਉਦੋਂ ਯੂਜ਼ ਕਰਦੇ ਹਾਂ ਜੋ ਸਾਡੇ ਕੋਲ ਡਕਟਾਈਲ ਮਟੀਰੀਅਲ ਹੋਣ, ਉਹਨਾਂ ਦੀ ਆਪਾਂ ਮਸ਼ੀਨਿੰਗ ਕਰਨੀ ਹੋਵੇ ਤਾਂ ਸਾਡੇ ਕੋਲ ਪੋਜ਼ਿਟਿਵ ਰੇਕ ਐਂਗਲ ਹੈ। ਜੇ ਆਪਣੇ ਕੋਲ ਹਾਰਡ ਮਟੀਰੀਅਲ ਹੋਣ ਜਾਂ ਫਿਰ ਬ੍ਰਿਟਲ ਮਟੀਰੀਅਲ ਹੋਣ ਉਹਨਾਂ ਦੇ ਲਈ ਆਪਣੇ ਕੋਲ ਨੈਗੇਟਿਵ ਰੇਕ ਐਂਗਲ ਯੂਜ਼ ਕਰਦੇ ਹਾਂ। ਬਰਾਸ ਆਪਣੇ ਕੋਲ ਇਦਾਂ ਦੀ ਮੈਟਲ ਹੈ ਜਿਹਦੇ ਲਈ ਆਪਾਂ ਜ਼ੀਰੋ ਰੇਕ ਐਂਗਲ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਨੈਕਸਟ ਪੋਰਸ਼ਨ ਐਂਡ ਰਿਲੀਫ ਐਂਗਲ। ਐਂਡ ਰਿਲੀਫ ਐਂਗਲ ਹੈ, ਇਹਦਾ ਮਤਲਬ ਕੀ ਹੈ ਕਿ ਤੁਹਾਡਾ ਜਿਹੜਾ ਐਂਡ ਕਟਿੰਗ ਐਜ ਹੈ ਜਾਂ ਐਂਡ ਫਲੈਂਕ ਹੈ ਉਹਦੇ ਨਾਲ ਐਂਗਲ ਬਣੇਗਾ। ਸੋ ਐਂਗਲ ਫਾਊਂਡ ਬਿਟਵੀਨ
minor flank or end flank and the line normal to the base। ਹੁਣ ਇਹਦੇ ਵਿੱਚ ਕੀ ਕਰਦੇ ਹਾਂ, ਬੇਸ ਦੇ ਬਿਲਕੁਲ ਪਰਪੈਂਡੀਕੂਲਰ ਲਾਈਨ ਡਰਾ ਕਰ ਲੈਂਦੇ। ਪਰਪੈਂਡੀਕੂਲਰ ਲਾਈਨ ਡਰਾ ਕਰਨ ਤੋਂ ਬਾਅਦ ਮਾਈਨਰ ਫਲੈਂਕ ਤੇ ਪਰਪੈਂਡੀਕੂਲਰ ਲਾਈਨ ਦੇ ਵਿਚਕਾਰ ਜੋ ਤੁਹਾਡਾ ਐਂਗਲ ਬਣਦਾ ਪਿਆ ਉਸ ਨੂੰ ਆਪਾਂ ਐਂਡ ਰਿਲੀਫ ਐਂਗਲ ਬੋਲਦੇ ਹਾਂ। ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਸਾਈਡ ਰੇਕ ਐਂਗਲ। ਸਾਈਡ ਰੇਕ ਐਂਗਲ ਆਪਾਂ ਕੀ ਕਰਦੇ ਹਾਂ, ਕਟਿੰਗ ਟੂਲ ਹੈ, ਕਟਿੰਗ ਟੂਲ ਦੇ ਵਿੱਚ ਆਪਾਂ ਇੱਕ ਪਰਪੈਂਡੀਕੂਲਰ ਪ੍ਰੋਫਾਈਲ ਕ੍ਰੀਏਟ ਕਰ ਲੈਂਦੇ ਹਾਂ ਜੋ ਕਿ ਤੁਹਾਨੂੰ ਰੈੱਡ ਕਲਰ ਚ ਦਿਖਾਈ ਗਈ ਹੈ। ਇਹਦੇ ਵਿੱਚ ਆਪਾਂ ਨੇ ਦੋ ਐਂਗਲ ਕੰਸੀਡਰ ਕਰਨੇ ਆ। ਸਭ ਤੋਂ ਪਹਿਲਾਂ ਹੈਗਾ ਆਪਣਾ ਸਾਈਡ ਰੇਕ ਐਂਗਲ। ਸਾਈਡ ਰੇਕ ਐਂਗਲ ਕੀ ਹੈ, ਸਾਈਡ ਰੇਕ ਐਂਗਲ ਕੀ ਹੈ, ਇੱਕ ਲਾਈਨ ਸ਼ੈਂਕ ਦੇ ਬਿਲਕੁਲ ਪਰਪੈਂਡੀਕੂਲਰ ਡਰਾ ਕਰ ਲੈਂਦੇ ਆ ਤੇ ਫੇਸ ਤੇ ਪਰਪੈਂਡੀਕੂਲਰ ਲਾਈਨ ਦੇ ਵਿਚਕਾਰ ਜੋ ਹੈ ਤੁਹਾਡਾ ਐਂਗਲ ਬਣਦਾ ਪਿਆ ਹੈ ਉਸ ਨੂੰ ਆਪਾਂ ਸਾਈਡ ਰੇਕ ਐਂਗਲ ਕਹਿੰਦੇ ਹਾਂ। ਉਸ ਤੋਂ ਬਾਅਦ ਸਾਈਡ ਰੇਕ ਐਂਗਲ ਕਾਹਦੇ ਲਈ ਯੂਜ਼ ਕਰਦੇ ਹਾਂ, ਸਾਈਡ ਰੇਕ ਐਂਗਲ ਆਪਾਂ ਯੂਜ਼ ਕਰਦੇ ਹਾਂ ਕਿ ਵਿਡਥ ਜਿਹੜੀ ਚਿਪ ਕੱਟ ਰਹੇ ਹਾਂ ਅਸੀਂ, ਜਿਹੜੀ ਚਿਪ ਰਿਮੂਵ ਹੋ ਰਹੀ ਹੈ ਉਹਦੀ ਵਿਡਥ ਨੂੰ ਮੇਨਟੇਨ ਕਰਨ ਲਈ ਆਪਾਂ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਆਪਣਾ ਹੈਗਾ ਸਾਈਡ ਰਿਲੀਫ ਐਂਗਲ। ਸਾਈਡ ਰਿਲੀਫ ਐਂਗਲ ਇਹਦੇ ਵਿੱਚ ਕੀ ਕਰਦੇ ਹਾਂ, ਸੇਮ ਉਹੀ ਡਾਇਗਰਾਮ ਸ਼ੋ ਕਰ ਰਹੇ ਹਾਂ ਬਟ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਮੇਜਰ ਫਲੈਂਕ ਲੈ ਲਈਏ ਜਾਂ ਫਿਰ ਸਾਈਡ ਫਲੈਂਕ ਲੈ ਲਿਆ ਤੇ ਇਹਦੇ ਵਿੱਚ ਆਪਾਂ ਬੇਸ ਤੇ ਬਿਲਕੁਲ ਪਰਪੈਂਡੀਕੂਲਰ ਲਾਈਨ ਡਰਾ ਕਰ ਲਈਏ। ਇਹਦੇ ਵਿਚਕਾਰ ਜੋ ਐਂਗਲ ਸਾਡਾ ਬਣਦਾ ਪਿਆ ਹੈ ਉਸ ਨੂੰ ਆਪਾਂ ਸਾਈਡ ਰਿਲੀਫ ਐਂਗਲ ਬੋਲਦੇ ਹਾਂ। ਸਾਈਡ ਰਿਲੀਫ ਐਂਗਲ ਆਪਾਂ ਕਾਹਦੇ ਯੂਜ਼ ਕਰਦੇ ਹਾਂ, ਸਾਈਡ ਰਿਲੀਫ ਐਂਗਲ ਆਪਾਂ ਇਸ ਕਰਕੇ ਯੂਜ਼ ਕਰਦੇ ਹਾਂ ਜਦੋਂ ਆਪਾਂ ਟੂਲ ਪੋਸਟ ਨੂੰ ਹੈਡ ਸਟਾਕ ਤੋਂ ਟੇਲ ਸਟਾਕ ਲੈ ਕੇ ਜਾਂਦੇ ਹਾਂ, ਮਤਲਬ ਲੌਂਗੀਟਿਊਡਨਲ ਮੂਵਮੈਂਟ ਦਿੰਦੇ ਹਾਂ, ਉਦੋਂ ਸਾਡਾ ਵਰਕ ਪੀਸ ਤੇ ਤੁਹਾਡਾ ਫਲੈਂਕ ਹੈ ਉਹ ਆਪਸ ਦੇ ਵਿੱਚ ਰਗੜ ਨਹੀਂ ਖਾਣੇ ਚਾਹੀਦੇ, ਰਗੜ ਨਹੀਂ ਖਾਣੇ ਚਾਹੀਦੇ, ਇਸ ਲਈ ਆਪਾਂ ਯੂਜ਼ ਕਰਦੇ ਹਾਂ ਸਾਈਡ ਰਿਲੀਫ ਐਂਗਲ। ਉਸ ਤੋਂ ਬਾਅਦ ਜਿੰਨੇ ਵੀ ਆਪਾਂ ਰੇਕ ਐਂਗਲ ਪੜ੍ਹੇ ਆ, ਜਿੰਨੇ ਵੀ ਆਪਾਂ ਸਾਈਡ ਰਿਲੀਫ ਐਂਗਲ ਪੜ੍ਹੇ ਆ, ਇਹਨਾਂ ਦੀ ਡਿਫਰੈਂਟ ਵੈਲਿਊ ਕੀ ਹੋਣੀ ਚਾਹੀਦੀ ਹੈ ਤੇ ਇਹਨਾਂ ਦਾ ਸਾਡੀ ਚਿਪ ਫਾਰਮੇਸ਼ਨ ਦੇ ਉੱਪਰ ਕਿੰਨਾ ਫਰਕ ਪੈਂਦਾ ਹੈ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਰੇਕ ਸਰਫੇਸ ਕੀ ਹੈ, ਰੇਕ ਸਰਫੇਸ ਸਾਡਾ ਉਹ ਸਰਫੇਸ ਹੈ ਜਿਹਦੇ ਉੱਪਰ ਚਿਪ ਫਲੋ ਕਰਦੀਆਂ ਹੈ। ਸੋ ਇਹਦੇ ਲਈ ਆਪਣੇ ਕੋਲ ਡਿਫਰੈਂਟ ਰੇਕ ਐਂਗਲ, ਇਸ ਨੂੰ ਫੈਸਿਲਿਟੇਟ ਕਰਨ ਲਈ ਸਾਡੇ ਕੋਲ ਡਿਫਰੈਂਟ ਰੇਕ ਐਂਗਲਸ ਹੈ। ਸਾਈਡ ਰੇਕ ਐਂਗਲ ਹੈ, ਐਂਡ ਰੇਕ ਐਂਗਲ ਹੈ, ਬੈਕ ਰੇਕ ਐਂਗਲ ਹੈ। ਸੋ ਰੇਕ ਐਂਗਲ ਦੇਖਿਆ ਅਸੀਂ ਕ੍ਰੂਸ਼ੀਅਲ ਪੈਰਾਮੀਟਰ ਹੈ ਜਿਹਦੇ ਅਕੋਰਡਿੰਗਲੀ ਆਪਾਂ ਆਪਣੀ ਮਸ਼ੀਨਿੰਗ ਆਪਰੇਸ਼ਨ ਨੂੰ ਡਿਸਾਈਡ ਕਰ ਸਕਦੇ ਹਾਂ। ਸੋ ਰੇਕ ਐਂਗਲ ਆਪਣੇ ਕੋਲ ਤਿੰਨ ਪ੍ਰਕਾਰ ਦੇ ਹੈ, ਪੋਜ਼ਿਟਿਵ ਰੇਕ ਐਂਗਲ, ਨੈਗੇਟਿਵ ਰੇਕ ਐਂਗਲ, ਜ਼ੀਰੋ ਰੇਕ ਐਂਗਲ। ਇਹ ਰੇਕ ਐਂਗਲ ਕਿੰਨਾ ਆਪਾਂ ਰੇਕ ਐਂਗਲ ਡਿਫਾਈਨ ਕੀਤਾ ਹੈ ਉਹ ਉਹੀ ਸਾਡੇ ਪ੍ਰਭਾਵ ਪਾਏਗਾ ਕਟਿੰਗ ਟੂਲ ਦੀ ਲਾਈਫ ਦੇ ਉੱਪਰ, ਪਾਵਰ ਕਿੰਨੀ ਚਾਹੀਦੀ ਉਹਦੇ ਉੱਪਰ ਤੇ ਚਿਪ ਕਿੰਨੀ ਤੁਹਾਡੀ ਦੂਰ ਹੋ ਰਹੀ ਹੈ ਉਹਦੇ ਉੱਪਰ। ਜਨਰਲੀ ਰੇਕ ਐਂਗਲ ਦੀ ਵੈਲਿਊ ਹੁੰਦੀ ਹੈ -15 ਡਿਗਰੀ ਤੋਂ ਲੈ ਕੇ +15 ਡਿਗਰੀ ਤੱਕ, ਪਰ ਕੁਝ ਕੇਸਿਸ ਦੇ ਵਿੱਚ ਇਹ ਵੈਲਿਊ ਵਧਾਈ ਵੀ ਜਾ ਸਕਦੀ ਹੈ, ਵਧਾ ਕੇ 30 ਡਿਗਰੀ ਕੀਤੀ ਜਾ ਸਕਦੀ ਹੈ। ਸੋ ਆਪਾਂ ਜਿੰਨੇ ਵੀ ਰੇਕ ਐਂਗਲ ਪੜ੍ਹੇ ਆ, ਪੋਜ਼ਿਟਿਵ ਰੇਕ ਐਂਗਲ ਆਪਾਂ ਡਿਫਾਈਨ ਕਰਨ ਜਾ ਰਹੇ ਹਾਂ। ਪੋਜ਼ਿਟਿਵ ਰੇਕ ਐਂਗਲ 'ਚ ਕੀ ਹੁੰਦਾ ਹੈ, ਪੋਜ਼ਿਟਿਵ ਰੇਕ ਐਂਗਲ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਪੋਜ਼ਿਟਿਵ ਰੇਕ ਐਂਗਲ ਆਪਾਂ ਯੂਜ਼ ਕਰਦੇ ਹਾਂ ਫॉर ਡਕਟਾਈਲ ਮਟੀਰੀਅਲ। ਇਹਦੇ ਵਿੱਚ ਦੇਖਣ ਵਾਲੀ ਗੱਲ ਹੈ ਕਿ ਇਹਦਾ ਜਿਹੜਾ ਕਟਿੰਗ ਐਜ ਹੈ ਬਹੁਤ ਸ਼ਾਰਪ ਹੈ, ਕਟਿੰਗ ਐਜ ਸ਼ਾਰਪ ਹੈ। ਸ਼ਾਰਪ ਹੋਣ ਕਰਕੇ ਇਹਦੇ ਵਿੱਚ ਜਿਹੜੀ ਚਿਪ ਫਾਰਮੇਸ਼ਨ ਹੋਏਗੀ ਬਹੁਤ ਹਲਕੀ ਚਿਪ ਫਾਰਮੇਸ਼ਨ ਹੋਏਗੀ, ਚਿਪ ਦੀ ਫਾਰਮੇਸ਼ਨ ਬਹੁਤ ਹਲਕੀ ਹੋਏਗੀ। ਇਹਦੇ ਵਿੱਚ ਪਾਵਰ ਰਿਕੁਆਇਰਮੈਂਟ ਵੀ ਘੱਟ ਹੈ, ਪਾਵਰ ਰਿਕੁਆਇਰਮੈਂਟ ਵੀ ਇਹਦੀ ਘੱਟ ਹੈ ਤੇ ਇਸ ਲਈ ਇਹਦਾ ਇਸਤੇਮਾਲ ਅਸੀਂ ਸੌਫਟ ਮਟੀਰੀਅਲ ਜਾਂ ਫਿਰ ਡਕਟਾਈਲ ਮਟੀਰੀਅਲ ਦੇ ਲਈ ਕਰਦੇ ਹਾਂ। ਪੋਜ਼ਿਟਿਵ ਰੇਕ ਐਂਗਲ ਸਾਨੂੰ ਵਧੀਆ ਮਸ਼ੀਨੇਬਿਲਿਟੀ ਕਰਦਾ ਹੈ। ਮਸ਼ੀਨੇਬਿਲਿਟੀ ਇੱਕ ਇੱਦਾਂ ਦੀ ਟਰਮ ਹੈ ਜਿਹੜੀ ਸਾਨੂੰ ਦੱਸਦੀ ਹੈ ਕਿ ਕਿਸੇ ਮਟੀਰੀਅਲ ਨੂੰ ਕਿੰਨੀ ਆਸਾਨੀ ਦੇ ਨਾਲ ਮਸ਼ੀਨ ਕਰ ਸਕਦੇ ਹਾਂ। ਸੋ ਸਭ ਤੋਂ ਵਧੀਆ ਮਸ਼ੀਨੇਬਿਲਿਟੀ ਹੈ ਉਹ ਹੈਗੀ ਕਾਸਟ ਆਇਰਨ ਦੀ, ਬੈਸਟ ਹੈ। ਉਸ ਤੋਂ ਬਾਅਦ ਨੈਗੇਟਿਵ ਰੇਕ ਐਂਗਲ। ਨੈਗੇਟਿਵ ਰੇਕ ਐਂਗਲ ਇਹਦਾ ਜਿਹੜਾ ਕਟਿੰਗ ਪੁਆਇੰਟ ਹੈ ਉਹ ਥੋੜਾ ਥਿਕ ਹੈ। ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਜ਼ਿਆਦਾ ਹੀਟ ਅਬਜ਼ੋਰਬ ਹੁੰਦੀ ਹੈ, ਜ਼ਿਆਦਾ ਹੀਟ ਪ੍ਰੋਡਿਊਸ ਹੁੰਦੀ ਹੈ। ਇਹਦਾ ਇਸਤੇਮਾਲ ਉਦੋਂ ਕਰਨਾ ਹੈ ਜਦੋਂ ਸਾਡੇ ਕੋਲ ਬਹੁਤ ਹੀ ਹਾਰਡ ਮਟੀਰੀਅਲ ਹੋਣਗੇ, ਹਾਰਡ ਮਟੀਰੀਅਲ ਹੁੰਦੇ। ਸੋ ਹਾਰਡ ਮਟੀਰੀਅਲ ਕੱਟਣ ਦੇ ਦੌਰਾਨ
ਹੀਟ ਜ਼ਿਆਦਾ ਡਿਸੀਪੇਟ ਹੁੰਦੀ ਹੈ। ਸੋ ਨੈਗੇਟਿਵ ਰੇਕ ਐਂਗਲ ਜਿਹੜਾ ਕੀ ਕਰਦਾ ਹੈ, ਟੂਲ ਲਾਈਫ ਨੂੰ ਵਧਾਉਂਦਾ ਹੈ। ਬਟ ਇਹਦਾ ਜਿਹੜਾ ਵੈਜ ਐਂਗਲ ਹੈ ਕਾਫੀ ਵੱਡਾ ਹੈ, ਕਾਫੀ ਜ਼ਿਆਦਾ ਵੱਡਾ ਹੈ, ਇਸੇ ਕਰਕੇ ਚਿਪ ਦੀ ਸ਼ੀਅਰ ਡਿਫਾਰਮੇਸ਼ਨ ਜ਼ਿਆਦਾ ਹੁੰਦੀ ਹੈ। ਸੋ ਇਹ 'ਚ ਫੋਰਸ ਵੀ ਜ਼ਿਆਦਾ ਲੱਗਦਾ ਹੈ। ਸੋ ਇਹਦਾ ਇੱਕ ਨੁਕਸਾਨ ਵੀ ਹੈ ਕਿ ਨੈਗੇਟਿਵ ਰੇਕ ਐਂਗਲ ਦੇ ਨਾਲ ਜਿਹੜੀ ਚਿਪਸ ਨਿਕਲਦੀਆਂ ਬਹੁਤ ਡਿਸਕੰਟੀਨਿਊਸ ਹੈ, ਲਗਾਤਾਰ ਤਾਂ ਚਿਪਸ ਨਹੀਂ ਨਿਕਲਦੀਆਂ ਹੈ। ਸੋ ਮਸ਼ੀਨੇਬਿਲਿਟੀ ਦੇ ਹਿਸਾਬ ਦੇ ਨਾਲ ਇਹ ਨੈਗੇਟਿਵ ਰੇਕ ਐਂਗਲ ਬੈਡ ਹੈ। ਸੋ ਨੈਗੇਟਿਵ ਰੇਕ ਐਂਗਲ ਹਾਰਡ ਮਟੀਰੀਅਲ ਦੀ ਮਸ਼ੀਨਿੰਗ ਲਈ ਆਪਾਂ ਇਸਤੇਮਾਲ ਕਰਦੇ। ਉਸ ਤੋਂ ਬਾਅਦ ਜ਼ੀਰੋ ਰੇਕ ਐਂਗਲ ਹੈ। ਜ਼ੀਰੋ ਰੇਕ ਐਂਗਲ majority of the cases 90 ਡਿਗਰੀ ਦੇ ਆਸ-ਪਾਸ ਹੁੰਦਾ ਹੈ। ਜ਼ੀਰੋ ਰੇਕ ਐਂਗਲ ਪੋਜ਼ਿਟਿਵ ਰੇਕ ਐਂਗਲ ਤੇ ਨੈਗੇਟਿਵ ਰੇਕ ਐਂਗਲ ਦੇ ਬਿਲਕੁਲ ਵਿਚਕਾਰ ਹੈ। ਇਹਦੇ ਕੁਝ ਐਡਵਾਂਟੇजेस ਵੀ ਹੈ, ਕੁਝ ਡਿਸਐਡਵਾਂਟੇਜ ਵੀ ਹੈ। ਸੋ ਆਪਾਂ ਜ਼ੀਰੋ ਰੇਕ ਐਂਗਲ ਕਿਹੜੇ ਮਟੀਰੀਅਲ ਤੇ ਯੂਜ਼ ਕਰਦੇ ਹਾਂ? ਆਪਾਂ ਬਰਾਸ ਦੇ ਲਈ ਯੂਜ਼ ਕਰਦੇ ਹਾਂ। ਇਸ ਐਂਗਲ ਨੂੰ ਯੂਜ਼ ਕਰਨ ਤੋਂ ਪਹਿਲਾਂ ਦੀ ਕੈਲਕੂਲੇਸ਼ਨ ਕਰਨੀ ਪੈਂਦੀ ਹੈ ਕਿ ਕਿੰਨੀ ਮਸ਼ੀਨਿੰਗ ਫੋਰਸ ਅਪਲਾਈ ਹੋਏਗੀ, ਕਿੰਨੀ ਨਹੀਂ ਹੋਏਗੀ। ਆਪਾਂ ਕਟਿੰਗ ਟੂਲ ਨੋਮਨਕਲੇਚਰ ਨੂੰ ਆਪਾਂ ਸਿੰਪਲ ਇੱਕ ਐਗਜ਼ਾਮਪਲ ਦੇ ਨਾਲ ਵੀ ਸਕਦੇ ਹਾਂ। ਮੰਨ ਲਓ ਕਿ ਸਾਡੇ ਕੋਲ ਇੱਕ ਪੈਨਸਲ ਹੈ, ਪੈਨਸਲ ਨੂੰ ਆਪਾਂ ਸ਼ਾਰਪਨਰ ਦੇ ਨਾਲ ਸ਼ਾਰਪ ਕਰਨ ਜਾ ਰਹੇ ਹਾਂ। ਪਹਿਲੇ ਕੇਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਜਿਹੜਾ ਪੈਨਸਿਲ ਦਾ ਜਿਹੜਾ ਐਜ ਹੈ, ਪੈਨਸਿਲ ਦਾ ਜਿਹੜਾ ਬਲੇਡ ਹੈ ਬਿਲਕੁਲ ਪੈਰਲਲ ਹੈ। ਪੈਨਸਿਲ ਦੇ ਬਿਲਕੁਲ ਪੈਰਲਲ ਹੈ ਬਲੇਡ, ਉਹਦੇ 'ਚ ਕੋਈ ਕਲੀਅਰੈਂਸ ਨਹੀਂ ਹੈਗੀ। ਸੋ ਜਦੋਂ ਆਪਾਂ ਰੋਟੇਟ ਕਰਾਂਗੇ ਪੈਨਸਿਲ ਨੂੰ, ਬਲੇਡ ਕੋਈ ਕਟਿੰਗ ਨਹੀਂ ਕਰੇਗਾ ਤੇ ਪੈਨਸਿਲ ਕੋਈ ਕਟਿੰਗ ਨਹੀਂ ਕਰੇਗਾ ਤੇ ਪੈਨਸਿਲ ਬਿਨਾਂ ਕੱਟੇ ਹੋਏ ਅੱਗੇ ਚਲੀ ਜਾਏਗੀ। ਸੋ ਇਹਦੇ ਵਿੱਚ ਬਲੇਡ ਸਕਿਡਸ ਅਲੋਂਗ ਦਾ ਪੈਨਸਿਲ ਵਿਦਆਊਟ ਕਟਿੰਗ। ਸੋ ਆਪਾਂ ਦੂਜੇ ਕੇਸ 'ਚ ਕੀ ਕਰਦੇ ਹਾਂ, ਦੂਜੇ ਕੇਸ ਦੇ ਵਿੱਚ ਆਪਾਂ ਕੁਝ ਕਲੀਅਰੈਂਸ ਐਂਗਲ ਦੇ ਦਿੰਦੇ ਹਾਂ ਬਲੇਡ ਤੇ ਪੈਨਸਿਲ ਦੇ ਵਿਚਕਾਰ। ਐਂਗਲ ਦੇਣ ਦੇ ਨਾਲ ਕੀ ਹੁੰਦਾ ਆ ਕਿ ਕਲੀਅਰੈਂਸ ਐਂਗਲ ਦੇਣ ਦੇ ਨਾਲ ਜਿਹੜਾ ਤੁਹਾਡਾ ਕਟਿੰਗ ਐਜ ਜਿਹੜਾ ਬਿਲਕੁਲ ਪੈਰਲਲ ਮੂਵ ਕਰਦਾ ਸੀਗਾ ਪੈਨਸਿਲ ਦੇ, ਉਹ ਹੁਣ ਕੀ ਕਰਦਾ ਆ, ਹੁਣ ਕਟਿੰਗ ਕਰਕੇ ਜਾਏਗਾ, ਕਟਿੰਗ ਕਰਕੇ ਜਾਏਗਾ ਪੈਨਸਿਲ ਦੇ ਸਰਫੇਸ ਦੀ। ਸੋ ਕਲੀਅਰੈਂਸ ਐਂਗਲ ਦੇਣ ਦੇ ਨਾਲ ਕੀ ਹੋਇਆ, ਕਲੀਅਰੈਂਸ ਐਂਗਲ ਦੇਣ ਦੇ ਨਾਲ ਤੁਹਾਡਾ ਜਿਹੜਾ ਕਟਿੰਗ ਐਜ ਹੈ ਉਹ ਮਟੀਰੀਅਲ ਰਿਮੂਵ ਕਰਨਾ ਸ਼ੁਰੂ ਕਰ ਦਿੰਦਾ ਹੈ। ਸੋ ਇਹੀ ਮੇਨ ਇੰਪੋਰਟੈਂਟ ਚੀਜ਼ ਹੈ ਸਿੰਗਲ ਪੁਆਇੰਟ ਕਟਿੰਗ ਟੂਲ ਦੇ ਵਿੱਚ। ਜਿਹੜਾ ਤੁਹਾਡਾ ਕਟਿੰਗ ਟੂਲ ਹੈ ਉਹ ਹਮੇਸ਼ਾ ਹੀ ਟਰਨਿੰਗ ਦੇ ਦੌਰਾਨ ਵੈਜ ਦਾ ਕੰਮ ਕਰਦਾ ਹੈ, ਬਿਲਕੁਲ ਵੈਜ ਫਾਰਮੇਸ਼ਨ ਦਾ ਕੰਮ ਕਰਦਾ ਹੈ। ਤੇ ਜਿਹੜਾ ਵੈਜ ਸ਼ੇਪ ਹੈ ਉਹ ਉਦੋਂ ਹੀ ਵਰਕ ਦੇ ਵਿੱਚ ਐਂਟਰ ਕਰੇਗੀ ਜਦੋਂ ਆਪਾਂ ਕੋਈ ਨਾ ਕੋਈ ਕਟਿੰਗ ਕਲੀਅਰੈਂਸ ਐਂਗਲ ਦੇਵਾਂਗੇ। ਜੇ ਆਪਾਂ ਕਲੀਅਰੈਂਸ ਐਂਗਲ ਨਹੀਂ ਦੇਵਾਂਗੇ ਤਾਂ ਤੁਹਾਡਾ ਕਟਿੰਗ ਟੂਲ ਆ ਬਿਨਾਂ ਕੱਟ ਕੀਤੇ ਹੀ ਅੱਗੇ ਚਲਾ ਜਾਏਗਾ। ਸੋ ਮਟੀਰੀਅਲ ਰਿਮੂਵ ਕਰਨ ਦੇ ਲਈ ਸਾਨੂੰ ਕੋਈ ਨਾ ਕੋਈ ਕਟਿੰਗ, ਕੋਈ ਨਾ ਕੋਈ ਕਲੀਅਰੈਂਸ ਐਂਗਲ ਦੇਣਾ ਹੀ ਪਏਗਾ। ਸੋ ਕਿਸੇ ਵੀ ਟੂਲ ਦੇ ਲਈ ਜ਼ਰੂਰੀ ਹੈ ਕਿ ਉਹ ਵੈਜ ਸ਼ੇਪ 'ਚ ਹੋਵੇ। ਸੋ ਹਮੇਸ਼ਾ ਹੀ ਜਦੋਂ ਵੀ ਟੂਲ ਨੂੰ ਬਣਾਇਆ ਜਾਂਦਾ ਹੈ, ਕਟਿੰਗ ਟੂਲ ਨੂੰ ਬਣਾਇਆ ਜਾਂਦਾ ਹੈ, ਤਾਂ ਉਹਨੂੰ ਵੈਜ ਸ਼ੇਪ 'ਚ ਹੀ ਬਣਾਇਆ ਜਾਂਦਾ ਹੈ। ਸੋ ਇਹਦੇ ਲਈ ਆਪਾਂ ਕੀ ਹਿੱਟ ਐਂਡ ਟਰਲ ਮੈਥਡ ਲਗਾਇਆ ਪੈਨਸਲ ਨੂੰ ਸ਼ਾਰਪ ਕਰਨ ਦੇ ਲਈ। ਹਿੱਟ ਐਂਡ ਟਰਲ ਮੈਥਡ ਕੀ ਲਗਾਇਆ ਆਪਾਂ, ਹੌਲੀ ਹੌਲੀ ਕੀ ਕਰਦੇ ਹੋਏ ਹਾਂ, ਹੌਲੀ ਹੌਲੀ ਆਪਾਂ ਕਲੀਅਰੈਂਸ ਐਂਗਲ ਵਧਾਉਂਦੇ ਹੋਏ ਹਾਂ। ਕਲੀਅਰੈਂਸ ਐਂਗਲ ਵਧਾਉਣ ਦੇ ਨਾਲ ਕੀ ਹੋ ਰਿਹਾ ਹੈ, ਕਲੀਅਰੈਂਸ ਐਂਗਲ ਵਧਾਉਣ ਦੇ ਨਾਲ ਤੁਹਾਡਾ ਜਿਹੜਾ ਕਟਿੰਗ, ਜਿਹੜਾ ਤੁਹਾਡਾ ਪੁਆਇੰਟ ਹੈ ਉਹ ਮਟੀਰੀਅਲ ਦੇ ਵਿੱਚ ਐਂਟਰ ਕਰਦਾ ਪਿਆ ਤੇ ਮਟੀਰੀਅਲ ਨੂੰ ਕੱਟਦਾ ਪਿਆ ਹੈ। ਸੋ ਇਹਦੇ ਵਿੱਚ ਦੋ ਚੀਜ਼ਾਂ ਹੈ, ਸਾਡੇ ਕੋਲ ਇੱਕ ਸੀਗਾ ਸਾਡੇ ਕੋਲ ਕਟਿੰਗ ਸਾਡੇ ਕੋਲ ਵੈਜ ਐਂਗਲ ਹੈ ਔਰ ਇੱਕ ਆਪਣੇ ਕੋਲ ਕਲੀਅਰੈਂਸ ਐਂਗਲ ਹੈ। ਕਲੀਅਰੈਂਸ ਐਂਗਲ ਜਿੱਦਾਂ ਤੁਸੀਂ ਪਹਿਲਾਂ ਦੇਖ ਚੁੱਕੇ ਹੋ, ਤੁਹਾਡਾ ਪੈਨਸਿਲ ਤੇ ਤੁਹਾਡਾ ਵੈਜ ਦੇ ਵਿੱਚ ਜੋ ਐਂਗਲ ਬਣਦਾ ਪਿਆ ਹੈ ਦੈਟ ਇਜ਼ ਕਲੀਅਰੈਂਸ ਐਂਗਲ। ਕਲੀਅਰੈਂਸ ਐਂਗਲ ਨੰਬਰ 2 ਦੇ ਉੱਪਰ ਇੱਕ ਹੋਰ ਐਂਗਲ ਹੈ, ਉਹਨੂੰ ਆਪਾਂ ਵੈਜ ਐਂਗਲ ਬੋਲਦੇ ਹਾਂ। ਵੈਜ ਐਂਗਲ ਦਾ ਮਤਲਬ ਹੈ ਕਿ ਤੁਹਾਡੇ ਕਟਿੰਗ ਟੂਲ ਦੇ ਦੋਨੇ ਫੇਸ ਜਿਹੜੇ ਆ ਉਹ ਆਪਸ 'ਚ ਕੀ ਐਂਗਲ ਬਣਾਉਂਦੇ ਪਏ ਆ, ਹੁਣ ਆਪਾਂ ਵੈਜ ਐਂਗਲ ਬੋਲਦੇ ਹਾਂ। ਵੈਜ ਐਂਗਲ ਜੇ ਆਪਣੇ ਕੋਲ ਸੌਫਟ ਮਟੀਰੀਅਲ ਹੈ ਉਹਨੂੰ ਕੱਟ ਕਰਨਾ ਆ, ਵੈਜ ਐਂਗਲ ਆਪਾਂ ਥੋੜਾ ਘੱਟ ਰੱਖਾਂਗੇ। ਜੇ ਆਪਣੇ ਕੋਲ ਹਾਰਡ ਮਟੀਰੀਅਲ ਹੈ ਉਹਦੇ ਲਈ ਆਪਾਂ ਕਟਿੰਗ ਤਾਂ ਵੈਜ ਐਂਗਲ ਸਾਡੇ ਕੋਲ ਜ਼ਿਆਦਾ ਹੋਏਗਾ। ਓਪੋਜਿਟ ਆਪਾਂ ਕਹਿ ਸਕਦੇ ਹਾਂ ਕਿ ਜੋ ਸਾਡੇ ਕੋਲ ਵੈਜ ਐਂਗਲ ਘੱਟ ਹੁੰਦਾ ਹੈ ਉਦੋਂ ਆਪਣੇ ਕੋਲ ਕਲੀਅਰੈਂਸ ਐਂਗਲ ਜ਼ਿਆਦਾ ਹੁੰਦਾ ਹੈ। ਜਦੋਂ ਵੈਜ ਐਂਗਲ ਘੱਟ ਹੁੰਦਾ ਕਲੀਅਰੈਂਸ ਐਂਗਲ ਜ਼ਿਆਦਾ ਹੁੰਦਾ ਹੈ। ਜੋ ਸਾਡੇ ਕੋਲ ਵੈਜ ਐਂਗਲ ਜ਼ਿਆਦਾ ਹੋਏਗਾ ਆਟੋਮੈਟਿਕਲੀ ਉਹ ਕਲੀਅਰੈਂਸ ਐਂਗਲ ਨੂੰ ਘਟਾ ਦੇਗਾ। ਸੋ ਹਾਰਡ ਮਟੀਰੀਅਲ ਲਈ ਵੈਜ ਐਂਗਲ ਜ਼ਿਆਦਾ ਰੱਖਿਆ ਜਾਂਦਾ ਹੈ
ਤੇ ਕਲੀਅਰੈਂਸ ਐਂਗਲ ਘੱਟ ਰੱਖਿਆ ਜਾਂਦਾ ਹੈ। ਤੋ ਸਿੰਗਲ ਪੁਆਇੰਟ ਕਟਿੰਗ ਟੂਲ ਦੇ ਵਿੱਚ ਆਪਾਂ ਹਿੱਟ ਐਂਡ ਟ੍ਰਾਇਲ ਮੈਥਡ ਦੇ ਨਾਲ ਦੇਖਿਆ ਹੈ ਕਿ ਆਪਣੇ ਕੋਲ ਵੈਜ ਐਂਗਲ ਕਿੰਨਾ ਹੋਣਾ ਚਾਹੀਦਾ ਤੇ ਕਲੀਅਰੈਂਸ ਐਂਗਲ ਕਿੰਨਾ ਰੱਖਣਾ ਚਾਹੀਦਾ ਹੈ। ਬਟ ਇਹ ਦੇਖਣ ਚਾਹੁੰਦਾ ਹੈ ਕਿ ਥੋੜੇ ਜੇ ਆਪਾਂ ਐਂਗਲ ਜ਼ਿਆਦਾ ਰੱਖਿਆ ਹੋਇਆ ਹੈ ਤਾਂ ਕਟਿੰਗ ਐਜ ਥੋੜੇ ਟਾਈਮ ਬਾਅਦ ਬਲੰਟ ਹੋ ਜਾਂਦਾ ਹੈ। ਸੋ ਕਟਿੰਗ ਐਜ ਹਮੇਸ਼ਾ ਹੀ ਖਤਰਾ ਬਣਿਆ ਰਹਿੰਦਾ, ਕਟਿੰਗ ਐਜ ਤੁਹਾਡਾ ਇਹਦੇ ਵਿੱਚ ਖਰਾਬ ਹੋ ਸਕਦਾ ਹੈ। ਸੋ ਇਸ ਕਰਕੇ ਆਪਾਂ ਹਾਰਡ ਮਟੀਰੀਅਲ ਦੇ ਲਈ ਕਟਿੰਗ ਐਜ ਨੂੰ ਥੋੜਾ ਆਪਾਂ ਘਟਾ ਦਿੰਦੇ ਹਾਂ, ਕਟਿੰਗ ਐਜ ਨੂੰ ਜਾਂ ਕਲੀਅਰੈਂਸ ਐਂਗਲ ਨੂੰ ਥੋੜਾ ਘਟਾ ਦਿੰਦੇ ਹਾਂ ਤਾਂ ਕਿ ਉਹ ਜ਼ਿਆਦਾ ਟਾਈਮ ਦੇ ਲਈ ਕਟਿੰਗ ਕਰ ਸਕੇ। ਸਿੰਗਲ ਪੁਆਇੰਟ ਕਟਿੰਗ ਐਜ ਦੇ ਵਿੱਚ ਦੋ ਐਂਗਲ ਆਪਾਂ ਪੜ੍ਹੇ ਹੈ। ਪਹਿਲੀ ਸਲਾਈਡ ਦੇ ਵਿੱਚ ਕਲੀਅਰੈਂਸ ਐਂਗਲ ਪੜ੍ਹਿਆ, ਦੂਜੀ ਸਲਾਈਡ ਦੇ ਵਿੱਚ ਵੈਜ ਐਂਗਲ ਪੜ੍ਹਿਆ। ਇਹ ਦੋਨੋਂ ਆਪਸ 'ਚ ਇੱਕ ਦੂਜੇ ਦੇ ਓਪੋਜ਼ਿਟ ਹੈ। ਜੇ ਕਲੀਅਰੈਂਸ ਐਂਗਲ ਜ਼ਿਆਦਾ ਰੱਖਿਆ ਹੋਇਆ ਤਾਂ ਵੈਜ ਐਂਗਲ ਘੱਟ ਹੋਏਗਾ, ਜੇ ਵੈਜ ਐਂਗਲ ਤੁਹਾਡਾ ਜ਼ਿਆਦਾ ਆ ਤਾਂ ਕਲੀਅਰੈਂਸ ਐਂਗਲ ਤੁਹਾਡਾ ਘੱਟ ਹੋਏਗਾ। ਜਿਹੜੇ ਵੀ ਆਪਾਂ ਐਂਗਲ ਪੜ੍ਹੇ ਆ ਜ਼ਰੂਰੀ ਨਹੀਂ ਹੈ ਕਿ ਸਾਰੇ ਟੂਲ ਦੇ ਲਈ ਉਹੀ ਐਂਗਲ ਹੋਣਗੇ। ਇੱਕ ਰਫ ਐਗਜ਼ਾਮਪਲ ਲਈ ਅਸੀਂ ਸਿੰਗਲ ਪੁਆਇੰਟ ਕਟਿੰਗ ਟੂਲ ਦੀਆਂ ਐਡਵਾਂਟੇਜਸ ਕੀ ਹੈ। ਐਡਵਾਂਟੇਜਸ ਇਹ ਪਹਿਲੀ ਐਡਵਾਂਟੇਜ ਇਹ ਹੈ ਕਿ ਇਹਨੂੰ ਫੈਬਰੀਕੇਟ ਕਰਨਾ, ਇਹਨੂੰ ਬਣਾਉਣਾ ਆਸਾਨ ਹੈ, ਇਹਨੂੰ ਡਿਜ਼ਾਈਨ ਕਰਨਾ ਆਸਾਨ ਹੈ। ਨੰਬਰ 2 ਦੇ ਉੱਪਰ ਇਹਦੀ ਕੀਮਤ ਜਿਹੜੀ ਹੈ ਉਹ ਕਾਫੀ ਘੱਟ ਹੁੰਦੀ ਹੈ। ਡਿਸਐਡਵਾਂਟੇਜ ਵੀ ਹੈਗੇ ਹੈ। ਡਿਸਐਡਵਾਂਟੇਜ ਪਹਿਲਾ ਡਿਸਐਡਵਾਂਟੇਜ ਹੈ ਕਿ ਇਹਦੀ ਮਟੀਰੀਅਲ ਰਿਮੂਵਲ ਰੇਟ ਜਿਹਨੂੰ MRR ਕਹਿੰਦੇ ਆ ਉਹ ਬਹੁਤ ਘੱਟ ਹੈ। ਮਟੀਰੀਅਲ ਰਿਮੂਵਲ ਰੇਟ ਬਹੁਤ ਘੱਟ ਹੈ। ਉਸ ਤੋਂ ਬਾਅਦ ਇਹਦੀ ਜਿਹੜੀ ਲਾਈਫ ਹੈ ਉਹ ਵੀ ਬਹੁਤ ਘੱਟ ਹੈ ਐਜ਼ ਕੰਪੇਅਰ ਟੂ ਮਲਟੀ ਪੁਆਇੰਟ ਕਟਿੰਗ ਟੂਲ। ਉਸ ਤੋਂ ਬਾਅਦ ਇਹਦੀ ਪ੍ਰੋਡਕਟਿਵ ਹੈ, ਪ੍ਰੋਡਕਸ਼ਨ ਇਹਦੇ ਨਾਲ ਘੱਟ ਹੁੰਦੀ ਹੈ, ਬਹੁਤ ਪ੍ਰੋਡਕਟਿਵ ਇੰਨਾ ਨਹੀਂ ਹੈਗਾ ਇਹ। ਉਸ ਤੋਂ ਬਾਅਦ ਇਹਦਾ ਜਿਹੜਾ ਹੈ ਟੂਲ ਵੀਅਰ ਰੇਟ ਹੈ ਉਹ ਬਹੁਤ ਜ਼ਿਆਦਾ ਹਾਈ ਹੈ। ਸੋ ਮਲਟੀ ਪੁਆਇੰਟ ਕਟਿੰਗ ਟੂਲ ਆਪਾਂ ਪੜ੍ਹਨ ਜਾ ਰਹੇ ਹਾਂ। ਮਲਟੀ ਪੁਆਇੰਟ ਕਟਿੰਗ ਟੂਲ ਕੀ ਹੁੰਦੇ ਆ? ਮਲਟੀ ਪੁਆਇੰਟ ਕਟਿੰਗ ਟੂਲ ਉਹ ਕਟਿੰਗ ਟੂਲ ਹੁੰਦੇ ਆ ਜਿਹਦੇ ਵਿੱਚ ਇੱਕ ਤੋਂ ਜ਼ਿਆਦਾ ਕਟਿੰਗ ਐਜਿਸ ਹੁੰਦੇ ਆ ਜਾਂ ਕਟਿੰਗ ਪੁਆਇੰਟ ਹੁੰਦੇ ਆ। ਇਹਦੇ ਵਿੱਚ ਕਿਹੜੇ ਕਿਹੜੇ ਟੂਲਸ ਆ ਜਾਂਦੇ ਆ? ਇਹਦੇ ਵਿੱਚ ਟਵਿਸਟ ਡਰਿਲ ਆਉਂਦਾ ਹੈ, ਇਹਦੇ ਵਿੱਚ 2 ਕਟਿੰਗ ਐਜਿਸ ਹੁੰਦੇ ਆ, 2 ਕਟਿੰਗ ਪੁਆਇੰਟ ਹੁੰਦੇ ਆ। ਉਸ ਤੋਂ ਬਾਅਦ ਆਪਣੇ ਕੋਲ ਮਿਲਿੰਗ ਕਟਰ ਆ ਜਾਂਦੇ ਆ। ਇਹਨਾਂ ਦੇ ਵਿੱਚ 6 ਤੋਂ ਲੈ ਕੇ 10 ਤੁਹਾਡੇ ਕੋਲ ਕਟਿੰਗ ਐਜਿਸ ਹੁੰਦੇ ਆ ਜਾਂ ਕਟਿੰਗ ਪੁਆਇੰਟ ਹੁੰਦੇ ਆ। ਉਸ ਤੋਂ ਬਾਅਦ ਤੁਹਾਡੇ ਕੋਲ ਗ੍ਰਾਈਂਡਰ ਆ ਜਾਂਦਾ ਹੈ, ਗ੍ਰਾਈਂਡਰ ਦੇ ਵਿੱਚ ਮਿਲੀਅਨਸ ਕਟਿੰਗ ਐਜਿਸ ਹੁੰਦੇ ਆ। ਸੋ ਸਭ ਤੋਂ ਪਹਿਲਾਂ ਆਪਣੇ ਕੋਲ ਜਿਹੜਾ ਆਪਾਂ ਡਿਫਾਈਨ ਕਰਨ ਜਾ ਰਹੇ ਹਾਂ ਉਹ ਹੈ ਆਪਣੇ ਕੋਲ ਟਵਿਸਟ ਡਰਿਲ। ਟਵਿਸਟ ਡਰਿਲ ਦਾ ਜਿਹੜਾ ਮਟੀਰੀਅਲ ਹੁੰਦਾ ਹੈ ਉਹ ਹੁੰਦਾ ਹੈ ਹਾਈ ਸਪੀਡ ਸਟੀਲ HSS। ਇਹਦੇ ਮੋਟੇ ਤੌਰ ਤੇ ਉੱਪਰ 3 ਪੁਆਇੰਟਸ ਹੁੰਦੇ ਆ, 3 ਪਾਰਟਸ ਹੁੰਦੇ ਆ। ਪੁਆਇੰਟ ਹੈ, ਬੋਡੀ ਹੈ, ਸ਼ੈਂਕ ਹੈ। ਸੋ ਪੁਆਇੰਟ ਕੀ ਕੰਮ ਕਰਦਾ ਹੈ? ਪੁਆਇੰਟ ਕੀ ਕੰਮ ਕਰਦਾ? ਪੁਆਇੰਟ ਮੇਨ ਤੌਰ ਦੇ ਉੱਪਰ ਡਰਿਲ ਸੁਰਾਖ ਕਰਨ ਦੇ ਵਿੱਚ ਉਹ ਪਾਰਟ ਹੈ ਜਿਹੜਾ ਸੁਰਾਖ ਕਰਨ ਦੇ ਵਿੱਚ ਮਟੀਰੀਅਲ ਦੇ ਅੰਦਰ ਜਾਂਦਾ ਹੈ। ਸੋ ਪੁਆਇੰਟ ਡਰਿਲ ਬਿਟ ਦਾ ਬਹੁਤ ਹੀ ਮੇਨ ਪਾਰਟ ਹੈ। ਇਹ ਹੋਲ ਨੂੰ ਪ੍ਰੋਡਿਊਸ ਕਰਨ 'ਚ ਮਦਦ ਕਰਦਾ ਹੈ। ਪੁਆਇੰਟ ਦੇ 3 ਮੇਨ ਪਾਰਟਸ ਹੁੰਦੇ ਆ, ਡੈਡ ਸੈਂਟਰ, ਲਿਪਸ ਤੇ ਹੀਲ। ਉਸ ਤੋਂ ਬਾਅਦ ਅਗਲਾ ਪਾਰਟ ਹੈ ਉਹਨੂੰ ਆਪਾਂ ਸ਼ੈਂਕ ਬੋਲਦੇ ਹਾਂ। ਸਾਡੇ ਕੋਲ ਜਿਹੜੇ ਟਵਿਸਟ ਡਰਿਲ ਹੈ ਸ਼ੈਂਕ ਉਹ ਪਾਰਟ ਹੈ ਜਿਹੜਾ ਕਿ ਤੁਹਾਡਾ ਸਾਡੇ ਕੋਲ ਟੂਲ ਹੋਲਡਰ ਦੇ ਵਿੱਚ ਆਪਾਂ ਇਹਨੂੰ ਹੋਲਡ ਕਰਕੇ ਰੱਖਦੇ ਹਾਂ, ਚੱਕ ਦੇ ਵਿੱਚ ਹੋਲਡ ਕਰਕੇ ਰੱਖਦੇ ਹਾਂ। ਸ਼ੈਂਕ ਆਪਣੇ ਕੋਲ 2 ਪ੍ਰਕਾਰ ਦੇ ਹੁੰਦੇ ਆ। ਦਿਖਾਈ ਕਿ ਡਾਇਗਰਾਮ ਦੇ ਵਿੱਚ ਸਟ੍ਰੇਟ ਸ਼ੈਂਕ ਹੈ। ਸਟ੍ਰੇਟ ਸ਼ੈਂਕ ਆਪਾਂ ਉਦੋਂ ਯੂਜ਼ ਕਰਦੇ ਹਾਂ ਜੇ ਸਾਡੇ ਕੋਲ ਡਾਇਆਮੀਟਰ ਇਹਦਾ ਘੱਟ ਹੁੰਦਾ ਹੈ। ਘੱਟ ਡਾਇਆਮੀਟਰ ਦੇ ਲਈ ਆਪਾਂ ਸਟ੍ਰੇਟ ਸ਼ੈਂਕ ਯੂਜ਼ ਕਰਦੇ ਹਾਂ। ਜੇ ਸਾਡੇ ਕੋਲ ਡਾਇਆਮੀਟਰ ਜ਼ਿਆਦਾ ਡਾਇਆਮੀਟਰ ਲਈ ਆਪਣੇ ਕੋਲ ਟਵਿਸਟ ਡਰਿਲ ਚਾਹੀਦੀ ਹੋਵੇ ਤਾਂ ਆਪਾਂ ਟੇਪਰ ਸ਼ੈਂਕ ਟਵਿਸਟ ਡਰਿਲ ਯੂਜ਼ ਕਰਦੇ ਹਾਂ। ਸੋ ਸ਼ੈਂਕ ਉਹ ਪਾਰਟ ਹੈ ਜਿਹੜਾ ਕਿ ਤੁਹਾਡਾ ਡਰਿਲ ਮਸ਼ੀਨ ਚੱਕ ਦੇ ਵਿੱਚ ਫਿਕਸ ਕਰਨ ਲਈ ਇਸਤੇਮਾਲ ਕਰਦੇ ਹਾਂ। ਸ਼ੈਂਕ ਸਟ੍ਰੇਟ ਵੀ ਹੋ ਸਕਦਾ, ਟੇਪਰ ਵੀ ਹੋ ਸਕਦਾ। ਟੇਪਰ ਸ਼ੈਂਕ 'ਚ ਫੈਸਿਲਿਟੀ ਹੁੰਦੀ ਹੈ ਕਿ ਆਪਾਂ ਚੱਕ ਦੇ ਵਿੱਚ ਆਪਾਂ ਮਸ਼ੀਨ ਚੱਕ ਦੇ ਵਿੱਚ ਇਹਨੂੰ ਆਸਾਨੀ ਨਾਲ ਫਿੱਟ ਕਰ ਸਕਦੇ ਹਾਂ। ਸੋ ਟੇਪਰ ਸ਼ੈਂਕ ਨੂੰ ਆਪਾਂ ਟੈਂਕ ਵੀ ਕਹਿੰਦੇ ਹਾਂ। ਸੋ ਅਗਲਾ ਪਾਰਟ ਹੈ ਬੋਡੀ। ਬੋਡੀ ਜਿਹੜਾ ਟਵਿਸਟ ਡਰਿਲ ਦਾ ਸਭ ਤੋਂ ਲੰਬਾ ਪਾਰਟ ਹੈ। ਇਹਦੇ ਵਿੱਚ ਕਈ ਪਾਰਟਸ ਆਉਂਦੇ ਆ ਜਿਵੇਂ ਕਿ ਤੁਹਾਡੀ ਲੈਂਡ ਹੈ, ਮਾਰਜਿਨ ਲਾਈਨ ਹੈ, ਫਲੂਟਸ ਹੈ।
उस तो बाद है बारी बारी ਆਪਾਂ ਪਾਰਟ ਡਿਸਕਸ ਕਰਨ ਜਾ ਰਹੇ ਹਾਂ। ਸਭ ਤੋਂ ਜਿਹੜਾ ਪਹਿਲਾ ਪਾਰਟ ਹੈ ਉਹਨੂੰ ਆਪਾਂ ਬੋਲਦੇ ਹਾਂ ਵੈਬ। ਵੈਬ ਕੀ ਹੈ? ਵੈਬ ਬੋਡੀ ਟਵਿਸਟ ਰੀਲ ਦੀ ਬੋਡੀ ਦਾ ਬਿਲਕੁਲ ਸੈਂਟਰਲ ਪਾਰਟ ਹੈ ਜਿਹੜਾ ਕਿ ਦੋਨੋਂ ਲੈਂਡਸ ਨੂੰ ਆਪਸ ਜੋੜਦਾ ਹੈ। ਹੁਣ ਲੈਂਡ ਕੀ ਹੈ? ਲੈਂਡ ਮਾਰਜਿਨ ਲਾਈਨ ਤੇ ਮਾਰਜਿਨ ਲਾਈਨ ਤੇ ਸਾਡਾ ਫਲੂਇਡ ਜਿੱਥੇ ਖਤਮ ਹੁੰਦਾ ਹੈ ਉਹਦੇ ਵਿਚਕਾਰਲੀ ਦੂਰੀ ਹੈ ਉਹਨੂੰ ਆਪਾਂ ਲੈਂਡ ਬੋਲਦੇ हैं। उस तो बाद अगला पार्ट है अपने कोल नैक। नैक ਕਿਹਦੇ ਵਿੱਚ ਆਪਾਂ ਕਲੀਅਰਲੀ ਵਿਜ਼ੀਬਲ ਹੁੰਦਾ ਹੈ, ਟੇਪਰ ਸ਼ੈਂਕ ਦੇ ਵਿੱਚ ਕਲੀਅਰਲੀ ਵਿਜ਼ੀਬਲ ਹੁੰਦਾ ਹੈ ਨੈਕ। ਨੈਕ ਕੀ ਹੈ? ਨੈਕ ਸਾਨੂੰ ਡਿਸਕ੍ਰੀਟ ਸਟੈਪ ਬਣਿਆ ਹੁੰਦਾ ਹੈ ਜਿੱਥੇ ਸ਼ੈਂਕ ਖਤਮ ਹੁੰਦਾ ਹੈ, ਜਿੱਥੇ ਬਾਡੀ ਤੁਹਾਡੀ ਸ਼ੁਰੂ ਹੁੰਦੀ ਹੈ ਉਹਦੇ ਵਿਚਕਾਰ ਇੱਕ ਛੋਟਾ ਜਿਹਾ ਗੈਪ ਬਣਿਆ ਹੈ ਜਿਹਨੂੰ ਆਪਾਂ ਨੈਕ ਬੋਲ ਦਿੰਦੇ ਹਾਂ। ਨੈਕ ਦੇ ਉੱਪਰ ਸਪੈਸੀਫਿਕੇਸ਼ਨ ਲਿਖੀਆਂ ਹੁੰਦੀਆਂ ਹੈ ਡਰਿਲ ਦੀਆਂ ਕਿ ਡਰਿਲ ਦਾ ਡਾਇਆਮੀਟਰ ਕੀ ਹੈ, ਡਰਿਲ ਦਾ ਮਟੀਰੀਅਲ ਕੀ ਹੈ, ਡਰਿਲ ਦਾ ਗ੍ਰੇਡ ਕੀ ਹੈ, ਸਾਰੀ ਸਪੈਸੀਫਿਕੇਸ਼ਨਾਂ ਉਹਦੇ ਉੱਪਰ ਲਿਖੀਆਂ ਹੁੰਦੀਆਂ। ਸੋ ਡਰਿਲ ਇਸ ਨੈਕ ਤੋਂ ਉੱਪਰ ਦੇਖ ਕੇ ਆਪਾਂ ਦੱਸ ਸਕਦੇ ਹਾਂ ਕਿ ਸਾਡੇ ਸਾਈਜ਼ ਕਿੰਨਾ ਹੈ, ਟਵਿਸਟ ਡਰਿਲ ਦਾ ਸਾਈਜ਼ ਕਿੰਨਾ ਹੈ। ਸੋ ਇਹਦੀ ਵੈਲਿਊ ਸਿਰਫ ਇੰਨਾ ਹੀ ਹੈ ਕਿ ਇਹ ਸਾਨੂੰ ਦੱਸਦਾ ਹੈ ਕਿ ਅਲੱਗ-ਅਲੱਗ ਪਾਰਟਸ ਜਿਹੜੇ ਆ ਇਹਨਾਂ ਦਾ ਸਾਈਜ਼ ਕੀ ਹੈ, ਗ੍ਰੇਡ ਕੀ ਹੈ। ਉਸ ਤੋਂ ਬਾਅਦ ਅਗਲਾ ਪਾਰਟ ਹੈ ਉਹਨੂੰ ਆਪਾਂ ਫਲੂਇਡ ਬੋਲਦੇ ਹਾਂ। ਫਲੂਇਡ ਇੱਕ ਤਰੀਕੇ ਦੇ ਕਟਿੰਗ ਐਜਸ ਹੁੰਦੇ ਆ ਟਵਿਸਟ ਡਰਿਲ ਦੇ। ਸਾਡੇ ਕੋਲ ਟਵਿਸਟ ਡਰਿਲ ਦੇ ਵਿੱਚ ਦੋ ਫਲੂਇਡ ਹੁੰਦੇ ਆ ਜੋ ਕਿ ਆਪਸ ਚ ਇੱਕ ਦੂਜੇ ਬਿਲਕੁਲ ਪੈਰਲਲ ਮੂਵ ਕਰਦੇ ਆ। ਫਲੂਇਡ ਦਾ ਕੀ ਕੰਮ ਹੈ? ਜਦੋਂ ਵੀ ਤੁਹਾਡਾ ਕਟਿੰਗ ਟੂਲ ਜਾਂਦਾ ਹੈ ਮਟੀਰੀਅਲ ਦੇ ਅੰਦਰ ਕਟਿੰਗ ਕਰਨ ਦੇ ਲਈ ਤਾਂ ਫਲੂਇਡ ਦਾ ਮੇਨ ਕੰਮ ਇਹ ਹੈ ਕਿ ਤੁਹਾਡਾ ਕਟਿੰਗ ਫਲੂਇਡ ਹੈ ਜਿਹੜਾ ਉਹ ਫਲੂਇਡ ਦੇ ਜ਼ਰੀਏ ਹੀ ਤੁਹਾਡਾ ਪੁਆਇੰਟ ਤੱਕ ਪਹੁੰਚਦਾ ਹੈ। ਫਲੂਇਡ ਦੇ ਜ਼ਰੀਏ ਹੀ ਤੁਹਾਡਾ ਪੁਆਇੰਟ ਤੱਕ ਪਹੁੰਚਦਾ ਹੈ। ਨੰਬਰ 2 ਦੇ ਉੱਪਰ ਜਿੰਨੇ ਵੀ ਤੁਹਾਡੇ ਕਟਿੰਗ ਐਜਸ ਹੁੰਦੇ ਆ, ਕਟਿੰਗ ਚਿਪਸ ਹੁੰਦੀਆਂ, ਉਹ ਫਲੂਇਡ ਦੇ ਜ਼ਰੀਏ ਹੀ ਤੁਹਾਡੀਆਂ ਬਾਹਰ ਆਉਂਦੀਆਂ। ਸੋ ਇਹ ਕੀ ਕੰਮ ਕਰਦਾ ਹੈ? ਫਲੂਇਡ ਕੀ ਕੰਮ ਕਰਦਾ ਹੈ? ਕਟਿੰਗ ਐਜਸ ਨੂੰ ਬਾਹਰ ਲਿਆਉਣ ਇੱਕ ਤਰੀਕੇ ਦਾ ਤੁਹਾਡਾ ਕੂਲੈਂਟ ਦਾ ਕੰਮ ਕਰਦਾ ਹੈ। ਸੋ ਇਹ ਕੂਲੈਂਟ ਨੂੰ ਫੈਸਿਲੀਟੇਟ ਕਰਦਾ ਹੈ, ਕੂਲਿੰਗ ਪ੍ਰੋਸੈਸ ਨੂੰ ਫੈਸਿਲੀਟੇਟ ਕਰਦਾ ਹੈ। ਸੋ ਜਦੋਂ ਵੀ ਆਪਾਂ ਫਲੂਇਡ ਦਾ ਡਿਜ਼ਾਈਨ ਕਰਨਾ ਹੈ ਸੋ ਉਹਦੇ ਲਈ ਆਪਾਂ ਨੂੰ ਇਹ ਡਿਸਾਈਡ ਕਰਨਾ ਪਏਗਾ ਕਿ ਆਪਾਂ ਹਾਈ ਸਪੀਡ ਲਈ ਯੂਜ਼ ਕਰਦੇ ਪਏ ਹਾਂ ਟਵਿਸਟ ਡਰਿਲ ਜਾਂ ਲੋ ਸਪੀਡ ਲਈ ਯੂਜ਼ ਕਰਦੇ ਪਏ ਹਾਂ। ਉਸ ਤੋਂ ਬਾਅਦ ਅਗਲਾ ਆਪਣੇ ਕੋਲ ਕਟਿੰਗ ਲਿਪ ਹੈ। ਕਟਿੰਗ ਲਿਪ ਦਾ ਕੰਮ ਸਿਰਫ ਕਟਿੰਗ ਕਰਨਾ ਹੀ ਹੈ। ਸੋ ਇਹ ਦੱਸਦੀ ਹੈ ਸਾਨੂੰ ਕਿ ਡਰਿਲ ਬਿਟ ਦੀ ਕੁਆਲਿਟੀ ਕਿਹੋ ਜਿਹੀ ਹੈ। ਸੋ ਇਹਦੇ ਵਿੱਚ ਡਿਫਰੈਂਟ ਟਾਈਪ ਦੇ ਮਟੀਰੀਅਲ ਦੀ ਕੋਟਿੰਗ ਕੀਤੀ ਗਈ ਹੁੰਦੀ ਹੈ ਜਿਵੇਂ ਕਿ ਡਾਇਮੰਡ ਜਾਂ ਫਿਰ ਸਟੀਲ ਦੀਆਂ ਟਿਪਸ, ਤਾਂ ਕਿ ਕਟਿੰਗ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ। ਉਸ ਤੋਂ ਬਾਅਦ ਲੈਂਡ ਹੈ। ਲੈਂਡ ਦਾ ਮਤਲਬ ਕੀ ਹੈ? ਲੈਂਡ ਦਾ ਮਤਲਬ ਹੈ ਕਿ ਮਾਰਜਿਨ ਲਾਈਨ ਤੇ ਤੁਹਾਡੇ ਐਂਡ ਆਫ ਫਲੂਇਡ ਇਹਨਾਂ ਵਿਚਕਾਰਲਾ ਡਿਫਰੈਂਸ ਕੀ ਹੈ, ਇਹਨਾਂ ਵਿਚਕਾਰਲਾ ਅੰਤਰ ਕੀ ਹੈ, ਉਸ ਨੂੰ ਆਪਾਂ ਲੈਂਡ ਬੋਲਦੇ ਹਾਂ। ਸੋ ਬਾਡੀ ਕਲੀਅਰੈਂਸ। ਬਾਡੀ ਕਲੀਅਰੈਂਸ ਆਪਾਂ ਕਿਉਂ ਇੰਪਾਰਟ ਕਰਦੇ ਹਾਂ? ਜਦੋਂ ਵੀ ਤੁਹਾਡਾ ਕਟਿੰਗ ਟਵਿਸਟ ਡਰਿਲ ਹੈ ਬਾਡੀ ਦੇ ਅੰਦਰ ਜਾਂਦਾ ਹੈ ਤਾਂ ਸਾਈਡ ਵਾਲੇ ਫੇਸ ਹੈ ਉਹ ਕੀ ਕਰਦੇ? ਫ੍ਰਿਕਸ਼ਨ ਦੇ ਨਾਲ ਹੀਟ ਡਿਸੀਪੇਟ ਜ਼ਿਆਦਾ ਹੁੰਦੀ ਹੈ ਬਿਟਵੀਨ ਦਾ ਵਾਲਸ ਆਫ ਦਾ ਜੌਬ ਐਂਡ ਦਾ ਬਾਡੀ। ਸੋ ਇਸ ਕਰਕੇ ਆਪਾਂ ਕੀ ਕਰਦੇ ਹਾਂ? ਕੁਝ ਕਲੀਅਰੈਂਸ ਦਿੰਦੇ ਹਾਂ ਤਾਂ ਕਿ ਜਿਹੜੀ ਹੀਟ ਦੀ ਡਿਸੀਪੇਸ਼ਨ ਹੈ ਉਹ ਘੱਟ ਤੋਂ ਘੱਟ ਹੋਵੇ ਤੇ ਹੀਟ ਜਲਦੀ ਅਬਜ਼ੌਰਬ ਹੋਵੇਗੀ। ਚੀਜ਼ਲ ਐਜ ਜਾਂ ਡੈਡ ਸੈਂਟਰ ਇਹ ਬਿਲਕੁਲ ਉਹਦਾ ਕਟਿੰਗ ਪੁਆਇੰਟ ਹੈ ਜਿਹੜਾ ਕਿ ਕਟਿੰਗ ਬਲੇਡ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਜਦੋਂ ਵੀ ਆਪਾਂ ਹਾਰਡ ਸਰਫੇਸ ਦੇ ਲਈ ਕਟਿੰਗ ਕਰਨੀ ਹੋਵੇ ਉਹਦੇ ਲਈ ਅਸੀਂ ਇਹ ਯੂਜ਼ ਕਰਦੇ ਹਾਂ। ਕਲੀਅਰੈਂਸ ਡਾਇਆਮੀਟਰ। ਕਲੀਅਰੈਂਸ ਡਾਇਆਮੀਟਰ ਦੇ ਵਿੱਚ ਆਪਾਂ ਇਸ ਡਾਇਆਮੀਟਰ ਨੂੰ ਹਮੇਸ਼ਾ ਹੀ ਘੱਟ ਰੱਖਦੇ ਹਾਂ ਬਾਡੀ ਦੇ ਡਾਇਆਮੀਟਰ ਨਾਲ। ਇਸ ਕਰਕੇ ਘੱਟ ਰੱਖਦੇ ਹਾਂ ਤਾਂ ਕਿ ਫ੍ਰਿਕਸ਼ਨ ਘੱਟ ਤੋਂ ਘੱਟ ਪ੍ਰੋਡਿਊਸ ਹੋਵੇ। ਸੋ ਰਿਡਕਸ਼ਨ ਔਨ ਡਰਿਲ ਬਿਟ ਬਾਡੀ ਟੂ ਲੈਸਨ ਫ੍ਰਿਕਸ਼ਨ ਡੂਰਿੰਗ ਹੋਲ ਮੇਕਿੰਗ। ਹੋਲ ਕਰਨ ਦੇ ਦੌਰਾਨ ਘੱਟ ਤੋਂ ਘੱਟ ਹੀਟ ਰਿਮੂਵ ਹੋਵੇ ਜਾਂ ਹੀਟ ਡਿਸੀਪੇਟ ਹੋਵੇ ਉਹਦੇ ਲਈ ਆਪਾਂ ਕਲੀਅਰੈਂਸ ਡਾਇਆਮੀਟਰ ਦੀ ਪ੍ਰੋਵੀਜ਼ਨ ਰੱਖਦੇ ਹਾਂ। ਮਾਰਜਿਨ। ਮਾਰਜਿਨ ਕੀ ਹੈ? ਮਾਰਜਿਨ ਜਿਵੇਂ ਜਿਵੇਂ ਤੁਹਾਡਾ ਫਲੂਇਡ ਦੇ ਨਾਲ ਇੱਕ ਹਲਕੀ ਜਿਹੀ ਬਰੀਕ ਜਿਹੀ ਚਮਕੀਲੀ ਜਿਹੀ ਲਾਈਨ ਹੁੰਦੀ ਹੈ ਜਿਹੜੀ ਕਿ ਤੁਹਾਡੀ ਬਾਡੀ ਸ਼ੁਰੂ ਹੋ ਕੇ ਲਾਸਟ
पॉइंट तक जाती है उस चीज को मार्जिन कहते हैं। मार्जिन लाइन की है, मार्जिन लाइन ही कटिंग का काम करती है। तो बाद टैंग है, टैंग टैंग ਤੁਹਾਡੀ यूज ਹੁੰਦੀ ਹੈ ਟੇਪਰ ਸ਼ੈਂਕ ਟਵਿਸਟ ਡਰਿਲ ਦੇ ਵਿੱਚ। ਇਹ ਉਹ ਪਾਰਟ ਹੈ ਜਿਹੜਾ ਕਿ ਤੁਹਾਡਾ ਡਰਿਲ ਚੱਕ ਦੇ ਵਿੱਚ ਫਿਕਸ ਹੁੰਦਾ ਹੈ। ਟੇਪਰ ਲੈਂਥ ਟੇਪਰ ਸ਼ੈਂਕ ਤੇ ਟੈਂਗ ਨੂੰ ਆਪਾਂ ਮਿਲਾ ਦਈਏ ਤਾਂ ਤੁਹਾਡੇ ਕੋਲ ਪੂਰੀ ਟੇਪਰ ਲੈਂਥ ਮਿਲ ਜਾਂਦੀ ਹੈ। ਐਕਸਿਸ ਇੱਕ ਤਰੀਕੇ ਦਾ ਇਹ ਧੁਰਾ ਹੁੰਦਾ ਹੈ ਜਦੋਂ ਆਪਾਂ ਐਕਸਟੈਂਡ ਕਰ ਦਈਏ ਇਸ ਐਕਸਿਸ ਇਸ ਲੈਂਥ ਨੂੰ ਐਕਸਟੈਂਡ ਕਰ ਦਈਏ ਤਾਂ ਉਹੀ ਸਰਫੇਸ ਏਰੀਆ ਜਨਰੇਟ ਹੁੰਦਾ ਹੈ, ਉਸਨੂੰ ਆਪਾਂ ਐਕਸਿਸ ਕਹਿੰਦੇ ਹਾਂ। ਹੀਲ ਕੀ ਹੈ? ਚੀਜ਼ਲ ਐਜ ਦਾ ਬਿਲਕੁਲ ਆਊਟਰ ਮੋਸਟ ਹਿੱਸਾ ਹੈ। ਲਿਪ ਐਂਗਲ ਕੀ ਹੈ? ਚੀਜ਼ਲ ਐਜ ਤੇ ਦਾ ਆਊਟਰ ਐਜ ਉਹਨਾਂ ਵਿਚਕਾਰ ਦਾ ਐਂਗਲ ਜੋ ਬਣਦਾ ਹੈ ਉਸਨੂੰ ਆਪਾਂ ਲਿਪ ਐਂਗਲ ਕਹਿੰਦੇ ਹਾਂ। ਲਿਪ ਲੈਂਥ ਕੀ ਹੈ? ਸੈਂਟਰ ਆਫ ਚੀਜ਼ਲ ਤੇ ਤੁਹਾਡੇ ਚੀਜ਼ਲ ਸੈਂਟਰ ਤੇ ਚੀਜ਼ਲ ਦੇ ਵਿਚਕਾਰ ਜੋ ਤੁਹਾਡੇ ਕੋਲ ਡਿਸਟੈਂਸ ਹੈ ਉਸਨੂੰ ਆਪਾਂ ਲਿਪ ਲੈਂਥ ਕਹਿੰਦੇ ਹਾਂ। ਸੋ ਪੁਆਇੰਟ ਐਂਗਲ ਕੀ ਹੈ? ਪੁਆਇੰਟ ਐਂਗਲ ਕੀ ਹੈ? ਦੋ ਨਹੀਂ ਤੁਹਾਡੇ ਜਿਹੜੇ ਪੁਆਇੰਟ ਹੈ ਉਹਨਾਂ ਦੇ ਵਿਚਕਾਰ ਆਪਸ ਚ ਜੋ ਐਂਗਲ ਬਣਦਾ ਪਿਆ ਹੈ ਉਸਨੂੰ ਆਪਾਂ ਪੁਆਇੰਟ ਐਂਗਲ ਕਹਿੰਦੇ ਹਾਂ। ਪੁਆਇੰਟ ਐਂਗਲ ਸਟੈਂਡਰਡ 118 ਡਿਗਰੀ ਦਾ ਹੁੰਦਾ ਹੈ, ਬਟ ਡਿਫਰੈਂਟ ਹੁੰਦਾ ਹੈ ਹਾਰਡ ਮਟੀਰੀਅਲ ਲਈ। ਹਾਰਡ ਮਟੀਰੀਅਲ ਲਈ ਤੁਹਾਡੇ ਕੋਲ 118 ਡਿਗਰੀ ਤੋਂ ਆਪਾਂ 130 ਡਿਗਰੀ ਵੀ ਵਧਾ ਸਕਦੇ ਹਾਂ ਹਾਰਡ ਮਟੀਰੀਅਲ ਲਈ। ਹੈਲਿਕਸ ਐਂਗਲ ਕੀ ਹੈ? ਹੈਲਿਕਸ ਐਂਗਲ ਇੱਕ ਤਰੀਕੇ ਦਾ ਕਿਸ ਐਂਗਲ ਦੇ ਉੱਪਰ ਆਪਣਾ ਹੈਲਿਕਸ ਬਣਿਆ ਹੋਇਆ ਹੈ। ਇਹ ਐਂਗਲ ਕੀ ਹੈ? ਇੱਕ ਐਕਸਿਸ ਤੇ ਤੁਹਾਡੇ ਟਵਿਸਟ ਡਰਿਲ ਦਾ ਜਿਹੜਾ ਸਾਈਡ ਵਿਊ ਲਿਆ ਹੋਇਆ ਹੈ ਉਹਦੇ ਵਿਚਕਾਰ ਜੋ ਐਂਗਲ ਬਣਦਾ ਪਿਆ ਉਸਨੂੰ ਆਪਾਂ ਹੈਲਿਕਸ ਐਂਗਲ ਕਹਿੰਦੇ ਹਾਂ। It is the angle between in a side view of twist drill. ਕਿਸੇ ਫਲੂਇਡ ਦਾ ਜੋ ਐਂਗਲ ਬਣਦਾ ਪਿਆ ਹੈ ਉਸਨੂੰ ਆਪਾਂ ਹੈਲਿਕਸ ਐਂਗਲ ਕਹਿੰਦੇ ਹਾਂ। ਹੈਲਿਕਸ ਐਂਗਲ ਕਾਮਨਲੀ 30 ਡਿਗਰੀ ਦਾ ਹੁੰਦਾ। ਚੀਜ਼ਲ ਐਜ ਦੇ ਕਟਿੰਗ ਲਿਪਸ ਦੇ ਵਿਚਕਾਰ ਜੋ ਐਂਗਲ ਬਣਦਾ ਪਿਆ ਉਸਨੂੰ ਆਪਾਂ ਚੀਜ਼ਲ ਐਜ ਐਂਗਲ ਕਹਿੰਦੇ ਹਾਂ। ਸੋ ਕੰਪੈਰੀਜ਼ਨ ਹੈ ਸਿੰਗਲ ਪੁਆਇੰਟ ਕਟਿੰਗ ਟੂਲ ਤੇ ਮਲਟੀ ਪੁਆਇੰਟ ਕਟਿੰਗ ਟੂਲ। ਇਹਦੇ ਵਿੱਚ ਦੋ ਕਲਰ ਮੈਂ ਡਿਫਾਈਨ ਕਰਨ ਜਾ ਰਿਹਾ ਹਾਂ। ਪਹਿਲਾ ਹੈਗਾ ਗ੍ਰੀਨ ਕਲਰ ਤੁਹਾਨੂੰ ਦੱਸਦਾ ਹੈ ਕਿ ਇਹਦੀ ਕੀ ਐਡਵਾਂਟੇजेस ਹੈ। ਉਸ ਤੋਂ ਬਾਅਦ ਰੈੱਡ ਕਲਰ ਹੈ ਉਹ ਦੱਸਦਾ ਪਿਆ ਇਹਦੀ ਕੀ ਡਿਸਐਡਵਾਂਟੇजेस ਹੈ, ਮਤਲਬ ਕੀ ਪ੍ਰੋਜ਼ ਹੈਗੇ ਆ ਉਹ ਤੁਹਾਡੇ ਗ੍ਰੀਨ ਕਲਰ ਦੱਸਦਾ ਪਿਆ, ਕੀ ਕੌਨਸ ਹੈਗੇ ਉਹ ਤੁਹਾਡਾ ਰੈੱਡ ਕਲਰ ਦੱਸਦਾ ਪਿਆ। ਸਿੰਗਲ ਪੁਆਇੰਟ ਕਟਿੰਗ ਟੂਲ ਵਾਲੇ ਪਾਸੇ ਜੇ ਦੇਖੀਏ ਤਾਂ ਸਾਨੂੰ ਸਿਰਫ ਦੋ ਹੀ ਉਹਦੇ ਐਡਵਾਂਟੇजेस ਨਜ਼ਰ ਆਉਂਦੇ ਆ। ਤੇ ਉਸ ਤੋਂ ਬਾਅਦ ਜੇ ਆਪਾਂ ਮਲਟੀ ਪੁਆਇੰਟ ਕਟਿੰਗ ਟੂਲ ਦੇ ਵਿੱਚ ਪੈਰਾਮੀਟਰ ਡਿਫਾਈਨ ਕਰੀਏ ਤਾਂ ਸਾਡੇ ਕੋਲ 8 ਪੈਰਾਮੀਟਰਾਂ ਚੋਂ 6 ਪੈਰਾਮੀਟਰ ਜਿਹੜੇ ਇਦਾਂ ਦੇ ਆ ਜਿਹੜੇ ਸਾਡੇ ਕੋਲ ਗ੍ਰੀਨ ਕਲਰ 'ਚ ਆਉਂਦੇ ਆ। ਸੋ ਆਪਾਂ 8 ਪੈਰਾਮੀਟਰ ਵਾਰੀ ਡਿਸਕਸ ਕਰਦੇ ਹਾਂ। ਤਾਂ ਸਭ ਤੋਂ ਪਹਿਲਾ ਜਿਹੜਾ ਆਉਂਦਾ ਹੈ ਉਹ ਹੈਗਾ ਈਜ਼ੀ ਟੂ ਡਿਜ਼ਾਈਨ ਐਂਡ ਫੈਬਰੀਕੇਸ਼ਨ ਸਿੰਗਲ ਪੁਆਇੰਟ ਕਟਿੰਗ ਟੂਲ। ਸਿੰਗਲ ਪੁਆਇੰਟ ਕਟਿੰਗ ਟੂਲ ਨੂੰ ਬਣਾਉਣਾ ਤੇ ਉਹਨੂੰ ਡਿਜ਼ਾਈਨ ਕਰਨਾ ਸੌਖਾ ਆ, ਪਰ ਜੇ ਆਪਾਂ ਮਲਟੀ ਪੁਆਇੰਟ ਕਟਿੰਗ ਟੂਲ ਵਾਲੇ ਪਾਸੇ ਜਾਈਏ ਤਾਂ ਇਹਦਾ ਡਿਜ਼ਾਈਨ ਜਿਹੜਾ ਆ ਉਹ ਰੈੱਡ ਕਲਰ 'ਚ ਸ਼ੋ ਹੋ ਰਿਹਾ। ਡਿਜ਼ਾਈਨ ਕੰਪਲੀਕੇਟਡ ਹੈ ਤੇ ਇਹਦੀ ਫੈਬਰੀਕੇਸ਼ਨ ਵੀ ਕੰਪਲੀਕੇਟਡ ਹੈ। ਸੋ ਜਿਹੜਾ ਪਹਿਲਾ ਫੈਕਟਰ ਹੈ ਉਹ ਸਿੰਗਲ ਪੁਆਇੰਟ ਕਟਿੰਗ ਟੂਲ ਦੇ ਲਈ ਹੈ। ਦੂਜਾ ਕੰਪੈਰੇਟਿਵਲੀ ਚੀਪਰ, ਮਤਲਬ ਕੋਸਟਲੀਅਰ ਨਹੀਂ ਹੈ, ਸਸਤਾ ਹੈ। ਮਲਟੀ ਪੁਆਇੰਟ ਕਟਿੰਗ ਟੂਲ ਦੇ ਵਿੱਚ ਇਹ ਰੈੱਡ ਕਲਰ 'ਚ ਸ਼ੋ ਹੋ ਰਿਹਾ ਕਿ ਇਹ ਕੋਸਟਲੀਅਰ ਹੈ। ਉਸ ਤੋਂ ਬਾਅਦ ਜਿੰਨੇ ਵੀ ਪੁਆਇੰਟ ਆ ਰਹੇ ਆ ਉਹ ਸਾਰੇ ਮਲਟੀ ਪੁਆਇੰਟ ਕਟਿੰਗ ਟੂਲ ਦੀ ਫੇਵਰ 'ਚ ਜਾ ਰਹੇ। ਅਗਲਾ ਹੈਗਾ ਆਪਣੇ ਕੋਲ ਹਾਈ ਟੂਲ ਵੀਅਰ ਰੇਟ। ਹਾਈ ਟੂਲ ਵੀਅਰ ਰੇਟ ਟੂਲ ਦਾ ਵੀਅਰ ਬਹੁਤ ਜ਼ਿਆਦਾ ਹੁੰਦਾ ਹੈ। ਤੇ ਆਪਾਂ ਦੂਜੇ ਪਾਸੇ ਦੇਖਦੇ ਹਾਂ ਚੌਥੇ ਨੰਬਰ ਤੇ ਰਿਡਿਊਸ ਟੂਲ ਵੀਅਰ, ਮਤਲਬ ਉਹ 'ਚ ਟੂਲ ਦੀ ਵੀਅਰ ਜਿਹੜੀ ਆ ਉਹ ਬਹੁਤ ਘੱਟ ਹੈ। ਉਸ ਤੋਂ ਬਾਅਦ ਸਿੰਗਲ ਪੁਆਇੰਟ ਕਟਿੰਗ ਟੂਲ 'ਚ ਸ਼ਾਰਟਰ ਟੂਲ ਲਾਈਫ ਹੈ, ਟੂਲ ਲਾਈਫ ਬਹੁਤ ਛੋਟੀ ਹੁੰਦੀ ਹੈ। ਬਟ ਮਲਟੀ ਪੁਆਇੰਟ ਕਟਿੰਗ ਟੂਲ ਦੇ ਵਿੱਚ ਕੀ ਹੈ ਲੌਂਗਰ ਟੂਲ ਲਾਈਫ ਬਹੁਤ ਜ਼ਿਆਦਾ ਲੰਬੀ ਹੈ। ਸਿੰਗਲ ਪੁਆਇੰਟ ਕਟਿੰਗ ਟੂਲ ਦੇ ਵਿੱਚ ਕਟਿੰਗ ਟੈਂਪਰੇਚਰ ਹਾਈ ਹੁੰਦਾ ਹੈ, ਬਟ ਮਲਟੀ ਪੁਆਇੰਟ ਕਟਿੰਗ ਟੂਲ ਦੇ ਵਿੱਚ ਕੀ ਹੈ ਲੋਅਰ ਕਟਿੰਗ ਟੈਂਪਰੇਚਰ ਬਹੁਤ ਘੱਟ ਹੁੰਦਾ ਹੈ। ਉਸ ਤੋਂ ਬਾਅਦ
ਸਿੰਗਲ ਪੁਆਇੰਟ ਕਟਿੰਗ ਟੂਲ ਦੇ ਵਿੱਚ ਕੀ ਹੈ, ਥਰਮਲ ਡੈਮੇਜ ਜ਼ਿਆਦਾ ਹੁੰਦੀ ਹੈ ਕਿਉਂਕਿ ਹਾਈ ਟੈਂਪਰੇਚਰ ਹੁੰਦਾ ਹੈ, ਉਸੇ ਕਰਕੇ ਜਿਹੜੇ ਟੂਲ ਦੀ ਡੈਮੇਜ ਹੈ ਉਹ ਜ਼ਿਆਦਾ ਹੁੰਦੀ ਹੈ। ਤੇ ਇੱਧਰਲੇ ਪਾਸੇ ਕੀ ਹੈ ਤੁਹਾਡੇ ਕੋਲ ਥਰਮਲ ਡੈਮੇਜ ਘੱਟ ਹੈ। ਉਸ ਤੋਂ ਬਾਅਦ ਲੋ ਮਟੀਰੀਅਲ ਰੇਟ, ਜਿਹਨੂੰ MMR ਕਹਿੰਦੇ ਆ, MRR ਮਟੀਰੀਅਲ ਰਿਮੂਵਲ ਰੇਟ, ਇਹਦੇ ਵਿੱਚ ਬਹੁਤ ਘੱਟ ਹੈ। ਮਲਟੀ ਪੁਆਇੰਟ ਕਟਿੰਗ ਟੂਲ ਦੇ ਵਿੱਚ ਮਟੀਰੀਅਲ ਰਿਮੂਵਲ ਰੇਟ ਬਹੁਤ ਜ਼ਿਆਦਾ ਹਾਈ ਹੈ, ਪ੍ਰੋਡਕਟਿਵਿਟੀ ਵੀ ਹਾਈ ਹੈ। ਸਿੰਗਲ ਪੁਆਇੰਟ ਕਟਿੰਗ ਟੂਲ ਪ੍ਰੋਡਕਟਿਵਿਟੀ ਵੀ ਘੱਟ ਹੈ। ਸੋ ਆਪਣਾ ਨੈਕਸਟ ਜਿਹੜਾ ਬੋਨਸ ਹੈ ਆਪਣੇ ਲਈ, ਕਟਿੰਗ ਟੂਲ ਦੇ ਮਟੀਰੀਅਲ। ਕਟਿੰਗ ਟੂਲ ਦਾ ਮਟੀਰੀਅਲ ਕਿੱਦਾਂ ਦਾ ਹੋਣਾ ਚਾਹੀਦਾ ਹੈ? ਕਟਿੰਗ ਟੂਲ ਦਾ ਮਟੀਰੀਅਲ ਹਾਰਡ ਹੋਣਾ ਚਾਹੀਦਾ ਹੈ ਤੇ ਸਟਰੋਂਗ ਹੋਣਾ ਚਾਹੀਦਾ ਹੈ। ਹਾਰਡ ਤੇ ਸਟਰੋਂਗ ਹੋਣਾ ਚਾਹੀਦਾ ਤਾਂ ਕਿ ਮਟੀਰੀਅਲ ਨੂੰ ਕੱਟਿਆ ਜਾ ਸਕੇ। ਹਾਰਡ ਤੇ ਸਟਰੋਂਗ ਮਟੀਰੀਅਲ ਕੱਟਣ ਦੇ ਲਈ ਜਿਹੜਾ ਪੇਰਡ ਮੈਟਰ ਜਿਹਨੂੰ ਆਪਾਂ ਕੱਟਦੇ ਪਏ ਆ ਉਹਦੇ ਨਾਲੋਂ ਹਾਰਡ ਹੋਣਾ ਚਾਹੀਦਾ। ਸੋ ਹਾਰਡ ਪਹਿਲੀ ਪ੍ਰੋਪਰਟੀ ਕੀ ਹੋਣੀ ਚਾਹੀਦੀ ਕਟਿੰਗ ਟੂਲ ਦੇ ਵਿੱਚ? ਹਾਰਡਨੈਸ। ਦੂਜੀ ਪ੍ਰੋਪਰਟੀ ਹੈ ਟਫਨੈਸ। ਟਫਨੈਸ ਦਾ ਮਤਲਬ ਹੈ ਕਿ ਉਹ ਸ਼ੌਕ ਲੋਡ ਨੂੰ ਰੈਜ਼ਿਸਟ ਕਰਦੀ ਹੋਣੀ ਚਾਹੀਦੀ ਹੈ। ਤੀਸਰੀ ਪ੍ਰੋਪਰਟੀ ਕੀ ਹੈ? ਰੈਜ਼ਿਸਟੈਂਟ ਟੂ ਅਬਰੇਸ਼ਨ। ਅਬਰੇਸ਼ਨ ਦਾ ਮਤਲਬ ਹੈ ਕਿ ਜਦੋਂ ਤੁਹਾਡਾ ਕਟਿੰਗ ਟੂਲ ਚੱਲਦਾ ਹੋਵੇ ਉਹ ਅਬਰੈਸਿਵ ਨੇਚਰ ਦਾ ਤਾਂ ਹੋਵੇ ਬਟ ਉਹ ਅਬਰੇਜ਼ ਨਾ ਕਰੇ ਆਪਣਾ ਮਟੀਰੀਅਲ ਨੂੰ, ਜਿਹਦੇ ਕਰਕੇ ਸਾਡੀ ਕਟਿੰਗ ਟੂਲ ਦੀ ਲਾਈਫ ਹੈ ਉਹ ਵੱਧ ਜਾਂਦੀ ਹੈ। ਸੋ ਕਟਿੰਗ ਟੂਲ ਦੀਆਂ 3 ਪ੍ਰੋਪਰਟੀਜ਼ ਹੋਣੀ ਚਾਹੀਦੀਆਂ, 3 ਕੁਆਲਿਟੀਜ਼ ਹੋਣੀ ਚਾਹੀਦੀਆਂ: ਕੋਲਡ ਹਾਰਡਨੈਸ, ਰੈਡ ਹਾਰਡਨੈਸ ਤੇ ਟਫਨੈਸ। ਕੋਲਡ ਹਾਰਡਨੈਸ ਦਾ ਮਤਲਬ ਹੈ ਕਿ ਕੋਲਡ ਹਾਰਡਨੈਸ ਦਾ ਮਤਲਬ ਹੈ, ਪਹਿਲਾਂ ਹਾਰਡਨੈਸ ਦਾ ਮਤਲਬ ਸਮਝ ਲੈਂਦੇ ਕੀ ਹੈ। ਹਾਰਡਨੈਸ ਕੀ ਹੈ? ਹਾਰਡਨੈਸ ਕਿਸੇ ਵੀ ਮਟੀਰੀਅਲ ਦੇ ਉੱਪਰ ਪ੍ਰੋਪਰਟੀ ਹੈ ਜਿਹਦੇ ਅਕੋਰਡਿੰਗਲੀ ਕੋਈ ਵੀ ਮਟੀਰੀਅਲ ਕਿਸੇ ਵੀ ਮਟੀਰੀਅਲ ਤੇ ਸਕ੍ਰੈਚ ਪਾ ਸਕਦਾ ਹੈ, ਇੰਡੈਂਟੇਸ਼ਨ ਕਰ ਸਕਦਾ ਹੈ ਜਾਂ ਕੱਟ ਕਰ ਸਕਦਾ ਹੈ, ਉਸ ਚੀਜ਼ ਨੂੰ ਆਪਾਂ ਹਾਰਡਨੈਸ ਕਹਿੰਦੇ ਹਾਂ। ਕੋਲ ਹਾਰਡਨੈਸ ਦਾ ਮਤਲਬ ਹੈ ਕਿ ਉਹ ਇਹ ਪ੍ਰੋਪਰਟੀ ਪੋਜੈਸ ਕੀਤੀ ਜਾਂਦੀ ਹੈ, ਇਹ ਪ੍ਰੋਪਰਟੀ ਉਹਦੇ 'ਚ ਹੁੰਦੀ ਹੈ ਬਟ ਐਟ ਨਾਰਮਲ ਟੈਂਪਰੇਚਰ, ਮਤਲਬ ਨੀਅਰ ਅਬਾਊਟ 27 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਦੇ ਉੱਪਰ ਉਹ 'ਚ ਹਾਰਡਨੈਸ ਮੇਨਟੇਨ ਰਹਿੰਦੀ ਹੈ। ਉਹਨੂੰ ਇਸ ਪ੍ਰੋਪਰਟੀ ਨਾਲ ਜੱਜ ਕੀਤਾ ਜਾਂਦਾ ਹੈ। ਸੋ ਜਦੋਂ ਹਾਰਡਨੈਸ ਵੱਧਦੀ ਹੈ ਉਦੋਂ ਸਾਨੂੰ ਪਤਾ ਬ੍ਰਿਟਲਨੈਸ ਵੀ ਵੱਧਦੀ ਹੈ, ਪਰ ਜਦੋਂ ਕਿਸੇ ਮਟੀਰੀਅਲ ਦੇ ਵਿੱਚ ਸਭ ਤੋਂ ਜ਼ਿਆਦਾ ਬ੍ਰਿਟਲਨੈਸ ਆ ਜਾਂਦੀ ਹੈ ਜਾਂ ਕੋਲਡ ਹਾਰਡਨੈਸ ਆ ਜਾਂਦੀ ਹੈ ਬਟ ਉਹ ਕਟਿੰਗ ਟੂਲ ਬਣਾਉਣ ਦੇ ਲਾਇਕ ਨਹੀਂ ਰਹਿੰਦਾ। ਸੋ ਇਸ ਕਰਕੇ ਸਾਨੂੰ ਕੋਲਡ ਹਾਰਡਨੈਸ ਨਹੀਂ ਸਟੱਡੀ ਕਰਨੀ, ਸਾਨੂੰ ਹੌਟ ਹਾਰਡਨੈਸ, ਰੈਡ ਹਾਰਡਨੈਸ ਸਟੱਡੀ ਕਰਨੀ। ਰੈਡ ਹਾਰਡਨੈਸ ਪ੍ਰੋਪਰਟੀ ਹੈ ਜਿਹਦੇ ਵਿੱਚ ਕੀ ਕਰਦਾ ਹੈ, ਕੋਈ ਵੀ ਮਟੀਰੀਅਲ ਹਾਈ ਟੈਂਪਰੇਚਰ ਦੇ ਉੱਪਰ ਕੋਲਡ ਹਾਰਡਨੈਸ ਪ੍ਰੋਪਰਟੀ ਨੂੰ ਰਿਟੇਨ ਕਰਕੇ ਰੱਖਦਾ ਹੈ, ਉਸ ਚੀਜ਼ ਨੂੰ ਆਪਾਂ ਰੈਡ ਹਾਰਡਨੈਸ ਕਹਿੰਦੇ ਹਾਂ। ਆਪਾਂ ਨੂੰ ਪਤਾ ਹੈ ਕਿ ਜਦੋਂ ਆਪਾਂ ਮਸ਼ੀਨਿੰਗ ਕਰਦੇ ਹਾਂ ਕਟਿੰਗ ਟੂਲ ਤੇ ਤੁਹਾਡੀ ਜੌਬ ਦੇ ਵਿਚਕਾਰ ਫ੍ਰਿਕਸ਼ਨ ਪੈਦਾ ਹੁੰਦੀ ਹੈ, ਟੂਲ ਤੇ ਤੁਹਾਡੀ ਚਿਪਸ ਦੇ ਦੌਰਾਨ ਫ੍ਰਿਕਸ਼ਨ ਪੈਦਾ ਹੁੰਦੀ ਹੈ, ਹੀਟ ਪੈਦਾ ਹੁੰਦੀ ਹੈ। ਸੋ ਹੀਟ ਜਿਹੜੀ ਪੈਦਾ ਹੁੰਦੀ ਹੈ, ਇਸ ਹੀਟ ਦੇ ਕਰਕੇ ਕਟਿੰਗ ਟੂਲ ਦਾ ਟੈਂਪਰੇਚਰ ਵੱਧ ਜਾਂਦਾ ਹੈ ਤੇ ਜੌਬ ਦਾ ਟੈਂਪਰੇਚਰ ਵੱਧ ਜਾਂਦਾ ਹੈ। ਸੋ ਉਹ ਜਿਹੜੀ ਹਾਰਡਨੈਸ ਹੈ ਉਹ ਫਿਰ ਘਟ ਜਾਂਦੀ ਹੈ। ਸੋ ਇਸੇ ਕਰਕੇ ਕਟਿੰਗ ਟੂਲ 'ਚ ਪ੍ਰੋਪਰਟੀ ਹੋਣੀ ਚਾਹੀਦੀ ਹੈ ਕਿ ਜਦੋਂ ਉਹਦਾ ਟੈਂਪਰੇਚਰ ਵੱਧਦਾ ਆ ਤਾਂ ਉਸ ਟੈਂਪਰੇਚਰ ਵਧੇ ਹੋਏ ਟੈਂਪਰੇਚਰ ਤੇ ਵੀ ਆਪਣੀ ਹਾਰਡਨੈਸ ਨੂੰ ਮੇਨਟੇਨ ਕਰਕੇ ਰੱਖੇ। ਸੋ ਕਟਿੰਗ ਦੇ ਦੌਰਾਨ ਇੱਕ ਇੰਪੋਰਟੈਂਟ ਪੈਰਾਮੀਟਰ ਬਣਦਾ ਹੈ। ਉਸ ਤੋਂ ਬਾਅਦ ਟਫਨੈਸ ਹੈ। ਟਫਨੈਸ ਦਾ ਮਤਲਬ ਹੈ ਕਿ ਜਦੋਂ ਵੀ ਕੋਈ ਸ਼ੌਕ ਲੋਡ ਪਿਆ ਹੈ ਇਹ ਟੁੱਟੇਗਾ ਨਹੀਂ, ਟੁੱਟੇਗਾ ਨਹੀਂ, ਟੁੱਟਣ ਨੂੰ ਰੈਜ਼ਿਸਟ ਕਰਦਾ ਹੈ। ਉਸ ਚੀਜ਼ ਨੂੰ ਆਪਾਂ ਮਟੀਰੀਅਲ ਸਾਇੰਸ ਦੀ ਲੈਂਗੁਏਜ ਟਫਨੈਸ ਕਹਿੰਦੇ ਹਾਂ। ਸੋ ਟੂਲ ਮਟੀਰੀਅਲ ਸਿਲੈਕਟ ਕਰਨ ਲਈ ਸਾਡੇ ਕੋਲ ਕਿਹੜੇ ਪੈਰਾਮੀਟਰਸ ਹੈ? ਪਹਿਲਾ ਪੈਰਾਮੀਟਰ ਹੈ ਕਿ ਮਟੀਰੀਅਲ ਕਿਹੜਾ ਮਸ਼ੀਨ ਕਰਨਾ ਹੈ। ਡਿਪੈਂਡ ਕਰਦਾ ਹੈ ਕਿ ਤੁਹਾਡੇ ਕੋਲ ਸੌਫਟ ਮਟੀਰੀਅਲ ਹੈ ਜਾਂ ਹਾਰਡ ਮਟੀਰੀਅਲ ਹੈ, ਉਹਦੇ ਲਈ ਤੁਹਾਡੇ ਕੋਲ ਕਟਿੰਗ ਟੂਲ ਵੀ ਅਲੱਗ ਹੋਏਗਾ। ਕੰਡੀਸ਼ਨ ਆਫ ਮਸ਼ੀਨ ਟੂਲ, ਮਸ਼ੀਨ ਟੂਲ ਦੀ ਕੰਡੀਸ਼ਨ ਕਿਹੋ ਜਿਹੀ ਹੈ। ਉਸ ਤੋਂ ਬਾਅਦ ਪ੍ਰੋਡਕਸ਼ਨ ਤੇ ਡਿਪੈਂਡ ਕਰਦਾ ਹੈ ਕਿ ਪ੍ਰੋਡਕਸ਼ਨ ਕਿੰਨੀ ਬਣਾਉਣੀ ਹੈ, ਰੇਟ ਆਫ ਪ੍ਰੋਡਕਸ਼ਨ ਕੀ ਹੈ। ਉਸ ਤੋਂ ਬਾਅਦ ਡਾਇਮੈਂਸ਼ਨਲ ਐਕੂਰੇਸੀ ਤੇ ਵੀ ਡਿਪੈਂਡ ਕਰਦਾ ਹੈ ਕਿ ਟੂਲ ਕਿਹੜਾ ਆਪਾਂ ਯੂਜ਼ ਕਰਨ ਜਾ ਰਹੇ ਹਾਂ। ਜੇ ਸਾਨੂੰ ਐਕੂਰੇਸੀ ਚਾਹੀਦੀ ਹੈ ਉਹਦੇ ਲਈ ਸਾਡੇ ਕੋਲ ਕਟਿੰਗ ਟੂਲ ਮਟੀਰੀਅਲ ਕਿਹੜਾ ਹੋਏਗਾ, ਕਿਹੜਾ ਮੈਥਡ ਆਪਾਂ ਯੂਜ਼ ਕਰਨ ਜਾ ਰਹੇ ਹਾਂ, ਕੂਲੈਂਟ ਦਾ।
ਤੇ ਉਸ ਤੋਂ ਬਾਅਦ ਜਿਹੜੀ ਮਟੀਰੀਅਲ ਨੂੰ ਆਪਾਂ ਮਸ਼ੀਨ ਕਰਨ ਜਾ ਰਹੇ ਹਾਂ ਉਹਦੀ ਕੰਡੀਸ਼ਨ ਕੀ ਹੈ। ਸੋ ਟੂਲ ਮਟੀਰੀਅਲ ਆਪਣੇ ਕੋਲ ਮੇਜਰ 3 ਪ੍ਰਕਾਰ ਦੇ ਫੈਰਸ ਟੂਲ ਮਟੀਰੀਅਲ ਹੈ, ਨॉन ਫੈਰਸ ਟੂਲ ਮਟੀਰੀਅਲ ਹੈ ਤੇ ਮੈਟੈਲਿਕ ਟੂਲ ਮਟੀਰੀਅਲ ਹੈ। ਫੈਰਸ ਟੂਲ ਮਟੀਰੀਅਲ ਉਹ ਟੂਲ ਮਟੀਰੀਅਲ ਹੁੰਦੇ ਆ ਜਿਨ੍ਹਾਂ ਵਿੱਚ ਆਇਰਨ ਹੁੰਦਾ ਹੈ, ਮੇਜਰ ਕਨਸਟੀਟਿਊਐਂਟ ਆਇਰਨ ਹੁੰਦਾ ਹੈ। नॉन फेरस टूल मटेरियल वो टूल मटेरियल है जिन्हां विच मेजर जिहड़ा कॉन्स्टिट्यूएंट है वो आयरन नहीं है, नॉन आयरन है। तीसरे नंबर ते नॉन मैटेलिक टूल मटेरियल वो टूल मटेरियल जिन्हां विच नॉन मैटल यूज नहीं है। सो फेरस टूल मटेरियल दे विच आयरन है मेन कॉन्स्टिट्यूएंट, मेन कंपोनेंट। इहदे विच दो तरह के मटेरियल आते हैं, हाई कार्बन स्टील ते हाई स्पीड स्टील। जिन्ने भी तुहाडे कटिंग टूल हैगे वो तुहाडे ਇਹਦੇ ਵਿੱਚ ਜਿਹੜੇ ਯੂਜ਼ ਹੁੰਦੇ ਆ ਹਾਈ ਕਾਰਬਨ ਸਟੀਲ ਯੂਜ਼ ਹੁੰਦਾ ਹੈ ਤੇ ਹਾਈ ਸਪੀਡ ਸਟੀਲ ਯੂਜ਼ ਹੁੰਦਾ ਹੈ। ਹਾਈ ਕਾਰਬਨ ਸਟੀਲ ਆਪਾਂ ਯੂਜ਼ ਕਰਦੇ ਹਾਂ ਬਟ ਉਹਦੇ ਵਿੱਚ ਕਾਰਬਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਹਾਈ ਕਾਰਬਨ ਸਟੀਲ ਦੇ ਲਈ। ਇਸ ਕਰਕੇ ਉਹਨੂੰ ਆਪਾਂ ਇਸ ਕਰਕੇ ਆਪਾਂ ਉਹਨੂੰ ਟੂਲ ਸਟੀਲ ਲਈ ਆਪਾਂ ਯੂਜ਼ ਨਹੀਂ ਕਰ ਸਕਦੇ, ਕਟਿੰਗ ਟੂਲ ਲਈ ਯੂਜ਼ ਨਹੀਂ ਕਰ ਸਕਦੇ। ਇਸੇ ਕਰਕੇ ਆਪਾਂ ਹਾਈ ਸਪੀਡ ਸਟੀਲ ਯੂਜ਼ ਕਰਦੇ ਹਾਂ। ਸੋ ਨॉन ਫੈਰਸ ਟੂਲ ਮਟੀਰੀਅਲ ਹੈ, नॉन फेरस टूल मटीरियल च आयरन नहीं होंदा बट उन्हां विच आपां कुछ अलॉय एलीमेंट ऐड करते हैं जिवें कि टंगस्टन, वैनेडियम, मोलिब्डेनम। इन्हां विच नॉन फेरस टूल मटीरियल है। उस तो बाद कार्बाइड है। कार्बाइड तुहाडे कहे जांदे कि नॉन फेरस है। इन्हां नूं पाउडर मैटलर्जी टैक्नीक नाल बनाया जांदा है। इहदे विच कार्बन ते टंगस्टन मेन एलीमेंट है। नॉन मैटेलिक मटीरियल वो मटीरियल है जिहड़े कि नॉन मैटल चों बनदे आ, जिवें कि डायमंड ते सिरामिक्स इहदे विच और नॉन मैटेलिक मटीरियल्स है। सो हाई कार्बन स्टील ते लो कार्बन स्टील लास्ट टॉपिक है अपना। हाई कार्बन स्टील जिहड़ा है वो फर्स्ट टूल मटीरियल जिहड़ा यूज होया सी कटिंग टूल दे लई, बट इह कुछ डिसएडवांटेज है। पहली डिसएडवांटेज है कि इहदी रेड हार्डनेस प्रॉपर्टी है बहुत ही बेकार है, पुअर है। ਇਹਦਾ ਮਤਲਬ ਹੈ ਕਿ ਆਪਣੀ ਹਾਰਡਨੈਸ ਪ੍ਰੋਪਰਟੀ ਨੂੰ ਲੂਜ਼ ਕਰ ਲੈਂਦਾ ਹੈ ਜਦੋਂ ਟੈਂਪਰੇਚਰ ਰਾਈਜ਼ ਹੁੰਦਾ ਹੈ। ਇਸੇ ਕਰਕੇ ਇਹ ਚ ਕੁਝ ਅਲੋਇੰਗ ਐਲੀਮੈਂਟ ਜਿਵੇਂ ਕਿ ਟੰਗਸਟਨ, ਕ੍ਰੋਮੀਅਮ, ਵੈਨੇਡੀਅਮ ਪਾਏ ਜਾਂਦੇ ਆ ਤਾਂ ਕਿ ਅਸੀਂ ਇਹਨੂੰ ਕਨਵਰਟ ਕਰ ਸਕੀਏ ਹਾਈ ਸਪੀਡ ਸਟੀਲ ਜਿਹੜੀ ਹੁੰਦੀ ਹੈ ਹਾਈ ਕਾਰਬਨ ਸਟੀਲ ਦੀ ਉਹਦੀ ਰੈਡ ਹਾਰਡਨੈਸ ਪ੍ਰੋਪਰਟੀ ਬਹੁਤ ਜ਼ਿਆਦਾ ਹੁੰਦੀ ਹੈ। ਸੋ ਹਾਈ ਸਪੀਡ ਸਟੀਲ ਜਿਹੜਾ ਹੈ वो सॉलिड टूल बनाने लिए यूज करते हैं, ब्रेज टूल बनाने लिए यूज करते हैं ते इंसर्ट बिट लिए यूज करते हैं, बट ये हाई कार्बन स्टील नालों थोड़ा महंगा होता है। सो कार्बाइड कटिंग टूल जिहड़े है वो हाई टैंपरेचर के उपर भी अपने रेड हार्डनेस प्रॉपर्टी नूं मेनटेन करके रखते हैं। सो उन्हां दी एफिशिएंसी इहदे नाल भी ज़्यादा है। सो ब्रिटलनेस होने के सो कार्बाइड टूल है ਉਹਨੂੰ ਆਪਾਂ ਸੋਲਿਡ ਟੂਲ ਦੇ ਤੌਰ ਤੇ ਯੂਜ਼ ਨਹੀਂ ਕਰ ਸਕਦੇ ਬਟ ਇਹਨੂੰ ਅਸੀਂ ਬ੍ਰੇਜ ਟੂਲ ਤੇ ਥਰੋਅਵੇ ਟੂਲ ਦੇ ਤੌਰ ਤੇ ਯੂਜ਼ ਕਰ ਸਕਦੇ ਹਾਂ। ਤੇ ਇਸ ਤੋਂ ਬਾਅਦ ਮੈਂ ਤੁਹਾਡੇ ਸਾਰਿਆਂ ਨੂੰ ਥੈਂਕਸ ਕਹਿਣਾ ਚਾਹੂੰਗਾ। ਐਨੀ ਕੁਐਰੀਜ਼? ಫೋಟೋ ನೋಡ್ತಾ ಇದ್ದಾರೆ, ಫೋಟೋ ನೋಡ್ತಿದ್ದಾರೆ. Any queries? ಯಾವ್ದಲ್ರಿ ಅದು PM ಪ್ರೊಸೆಸ್
ಹೌದು ಹೋಗಿದೆ. ಅವ್ರ ವಾಯ್ಸೇ ಕೇಳಿಸ್ತಿಲ್ಲಲ್ಲ. ನಂಗೇನ್ ಗೊತ್ತು. ಇಷ್ಟೇ ಅನ್ಸುತ್ತೆ ಕೊಡು. ತಲೆ 5 ಗಂಟೆ ಆಯ್ತು. ಇಸ್ಕೊಂಡಿಲ್ಲ ಮೈಕ್ ಆನ್ ಆಗಿದೆ. 5 ಗಂಟೆ ಆಯ್ತು. 5 ಗಂಟೆ ಆಯ್ತು. ಪಾಠ ಮುಗ್ದಿದ್ಯಾ? Any queries? Lipinder ji, I think there is no query. सर एंड कर दो सर. Okay.